ਯੈਸ, ਅੱਜ ਅਸੀਂ ਟਰਾਂਸਫਰਮੇਸ਼ਨਸ ਕਰਦੇ ਹਾਂ। ਟਰਾਂਸਫਰਮੇਸ਼ਨਸ ਮੈਂ ਐਵੇਂ ਸਮਝਾਉਣਾ, ਜਿਵੇਂ ਮੰਨ ਲਓ ਆਪਾਂ ਇਹ ਕੋਈ ਵੀ ਡਰਾਇੰਗ ਬਣਾ ਲਈ, ਕੋਈ ਵੀ ਆਬਜੈਕਟ ਤਿਆਰ ਕਰ ਲਿਆ। ਮੈਂ ਸਪੋਜ਼ ਕਰੋ ਇਹ 'ਤੇ ਕਲਿੱਕ ਕਰਕੇ ਇੱਥੇ ਮੈਂ ਕੁਛ ਲਿਖ ਦਿੰਦਾ, ਮੰਨ ਲਓ ਟਰਾਂਸਫਰਮੇਸ਼ਨਸ ਹੀ ਲਿਖ ਦਿੰਦਾ। ਜਦੋਂ ਇਹ ਆਬਜੈਕਟ ਬਣ ਗਿਆ, ਇਹਨੂੰ ਕਲਿੱਕ ਕਰਦੇ ਹਾਂ, ਸਿਲੈਕਟ ਹੋ ਗਿਆ। ਸਿਲੈਕਟ ਹੋ ਗਿਆ ਤਾਂ ਜੇ ਅਸੀਂ ਇਹਦੇ 'ਤੇ ਦੁਬਾਰਾ ਕਲਿੱਕ ਕਰਦੇ ਹਾਂ ਤਾਂ ਇਹਦੀਆਂ ਆਸੇ-ਪਾਸੇ ਦੀਆਂ ਜਿਹੜੀਆਂ ਉਹ ਬਟਨਸ ਨੇ ਉਹ ਚੇਂਜ ਹੋ ਗਏ ਨਾ। ਜੇ ਇੱਕ ਵਾਰੀ ਫਿਰ ਕਲਿੱਕ ਕਰਦੇ ਹਾਂ ਫਿਰ ਉਹ ਪਹਿਲਾਂ ਵਾਂਗ ਹੀ ਹੋ ਜਾਣਗੇ। ਜਿਹੜੇ ਤਾਂ ਇਹ ਬਟਨ ਨੇ, ਚੌਰਸ ਜਿਹੇ ਬਟਨ ਨੇ ਜਾਂ ਸਕੁਅਰ ਟਾਈਪ ਦੇ ਬਟਨ ਨੇ, ਇਹਨਾਂ ਦਾ ਤਾਂ ਕੰਮ ਹੈਗਾ ਇਹਦਾ ਦਾ ਰੀਸਾਈਜ਼ ਚੇਂਜ ਕਰਨਾ। ਇਹ ਆਪਾਂ ਗੱਲ ਕਰ ਲਈ ਸੀ ਨਾ, ਸਾਈਜ਼ ਨੂੰ ਵੱਡਾ ਛੋਟਾ ਕਰਨਾ। ਇਹ ਵੀ ਗੱਲ ਅਸੀਂ ਕਰ ਚੁੱਕੇ ਹਾਂ ਕਿ ਆਪਾਂ ਇਹਨੂੰ ਹੌਰੀਜ਼ੌਂਟਲੀ ਵੀ ਕਰ ਸਕਦੇ ਹਾਂ, ਵਰਟੀਕਲੀ ਵੀ ਕਰ ਸਕਦੇ ਹਾਂ ਅਤੇ ਪ੍ਰਪੋਰਸ਼ਨਲੀ ਦੋਨੋਂ ਸਾਈਡਾਂ ਤੋਂ ਵੀ ਕਰ ਸਕਦੇ ਹਾਂ। ਕਾਰਨਰਸ ਦਾ ਮਤਲਬ ਹੈ ਪ੍ਰਪੋਰਸ਼ਨਲ ਦੋਨੋਂ ਸਾਈਡਾਂ ਤੋਂ। ਅਤੇ ਜੇ ਆਪਾਂ ਅਪ ਜਾਂ ਡਾਊਨ ਵਾਲੇ ਬਟਨ ਦਬਾਂਗੇ ਤਾਂ ਇਕੱਲੀ ਹਾਈਟ ਹੀ ਇਨਕਰੀਜ਼ ਹੋਊਗੀ ਜਾਂ ਡਿਕਰੀਜ਼ ਹੋਊਗੀ। ਇੱਦਾਂ ਹੀ ਲੈਫਟ ਐਂਡ ਰਾਈਟ ਵਾਲੇ ਬਟਨ ਜੇ ਆਪਾਂ ਯੂਜ਼ ਕਰਾਂਗੇ ਤਾਂ ਫਿਰ ਇਕੱਲੀ ਵਿਡਥ ਡਿਕਰੀਜ਼ ਜਾਂ ਇਨਕਰੀਜ਼ ਕਰ ਸਕਦੇ ਹਾਂ। ਇੱਥੇ ਟੀ ਪਈ ਨਹੀਂ ਹੈ, ਇੱਕ ਮਿੰਟ, ਮੈਂ ਆ ਏ 'ਤੇ ਕਲਿੱਕ ਕਰਕੇ ਕਰਸਰ ਦੁਬਾਰਾ ਵਿੱਚ ਆ ਗਿਆ, ਇੱਥੇ ਮੈਂ ਟੀ ਦੱਬ ਦਿੰਦਾ, ਟਰਾਂਸਫਰਮੇਸ਼ਨਸ। ਹੁਣ ਮੈਂ ਫਿਰ ਪਿਕ ਟੂਲ 'ਤੇ ਕਲਿੱਕ ਕੀਤਾ, ਯਾਨੀ ਸਿਲੈਕਟ ਟੂਲ 'ਤੇ ਕਲਿੱਕ ਕੀਤਾ। ਪਿਕ ਟੂਲ ਨਾਲ ਇਹਨੂੰ ਸਿਲੈਕਟ ਕਰ ਲਿਆ, ਦੁਬਾਰਾ ਕਲਿੱਕ ਕੀਤਾ, ਇੱਕ ਵਾਰੀ ਕਲਿੱਕ ਕੀਤਾ, ਸਿਲੈਕਟ ਹੋ ਗਿਆ, ਦੁਬਾਰਾ ਕਲਿੱਕ ਕੀਤਾ ਤਾਂ ਇਹਦੇ ਆਸੇ-ਪਾਸੇ ਇਹ ਬਟਨ ਆ ਗਏ ਟਰਾਂਸਫਰਮੇਸ਼ਨਸ ਵਾਸਤੇ। ਇਹਦਾ ਕੀ ਕੰਮ ਹੈ? ਇਹਦੇ 'ਚ ਜਿਹੜੇ ਨਾ ਬਾਹਰਲੇ ਪਾਸੇ ਤੁਸੀਂ ਦੇਖੋ ਇਹ ਬਟਨ ਨੇ, ਜਦੋਂ ਬਾਹਰਲੇ ਪਾਸੇ ਵਾਲੇ ਬਟਨ 'ਤੇ ਕਿਸੇ 'ਤੇ ਵੀ ਮਾਊਸ ਲੈ ਜਾਂਦੇ ਆ ਦੈਨ ਇਹਦੀ ਸ਼ੇਪ ਚੇਂਜ ਹੋ ਜਾਂਦੀ ਹੈ। ਇਹਦਾ ਮਤਲਬ ਹੈ ਰੋਟੇਟ। ਜੇ ਆਪਾਂ ਮਾਊਸ ਨਾਲ ਇਹਨੂੰ ਡਰੈਗ ਕਰਦੇ ਹਾਂ ਤਾਂ ਇਟ ਇਜ਼ ਵੈਰੀ ਈਜ਼ੀ ਫਾਰ ਅਸ ਟੂ ਰੋਟੇਟ ਦਿਸ ਆਬਜੈਕਟ ਐਟ ਐਨੀ ਐਂਗਲ। ਜਦੋਂ ਆਪਾਂ ਰੋਟੇਟ ਕਰਦੇ ਹਾਂ ਤਾਂ ਆਪਾਂ ਨੂੰ ਨੀਚੇ ਐਂਗਲ ਵੀ ਲਿਖ ਰਿਹਾ, ਸਟੇਟਸ ਬਾਰ ਲੈਫਟ ਸਾਈਡ 'ਤੇ, ਬਾਟਮ 'ਤੇ ਜਿਹੜੀ ਸਟੇਟਸ ਬਾਰ ਉਹਦੇ ਲੈਫਟ ਸਾਈਡ 'ਤੇ ਦੇਖ ਚੈੱਕ ਕਰੋ, ਐਂਗਲ ਲਿਖਿਆ ਹੋਇਆ, ਇਸ ਵੇਲੇ ਐਂਗਲ ਲਿਖਿਆ ਹੋਇਆ 351.254। ਇਹ ਐਂਗਲ ਹੈ। ਆਪਾਂ ਜਿਹੜੇ ਐਂਗਲ 'ਤੇ ਹੁਣ ਮੈਂ ਵਾਪਸ ਬਿਲਕੁਲ ਸਟਾਰਟਿੰਗ 'ਤੇ ਲਿਆਵਾਂ ਤਾਂ ਉਹ 0 ਹੋ ਜਾਊਗੀ, ਹਾਲੇ 0 ਹੋ ਨਹੀਂ ਰਹੀ। ਹੁਣ ਜਿਵੇਂ ਇੱਥੇ ਮੈਂ 0 ਸੈੱਟ ਕਰਨਾ ਤਾਂ ਬੜਾ ਔਖਾ ਜਿਹਾ, 0 ਤੋਂ ਮਤਲਬ ਪਹੁੰਚਣਾ ਔਖਾ, ਕਿਤੇ ਪੁਆਇੰਟਾਂ ਵਿੱਚ ਅੱਗੇ ਪਿੱਛੇ ਹੋ ਜਾਂਦਾ ਹੈ। ਤਾਂ ਫਿਰ ਕੰਟਰੋਲ ਦਬ ਲਓ। ਕੰਟਰੋਲ ਦਬਾਂਗੇ ਤਾਂ ਇਹ ਸਿੱਧਾ ਹੈ ਨਾ, ਜਾਂ ਤਾਂ 0 'ਤੇ ਆਊਗੀ, ਇੱਕ ਮਿੰਟ ਕੀ ਹੈ ਜੀ, ਕੰਟਰੋਲ ਦਬਣ 'ਤੇ 0, ਇਟ ਇਜ਼ ਨਾਟ ਵਰਕਿੰਗ ਹੀਅਰ। ਕੰਟਰੋਲ ਦਬਿਆ ਨਹੀਂ ਕਿਆ? ਮੈਂ ਛੱਡਦਾ ਇੱਕ ਮਿੰਟ, ਕੰਟਰੋਲ ਦਬ ਕੇ, ਹਾਂ ਪਹਿਲਾਂ ਕੰਟਰੋਲ ਦਬਣਾ, ਵਿਚਕਾਰ ਨਹੀਂ। ਜਦੋਂ ਅਸੀਂ ਕੰਟਰੋਲ ਦਬਿਆ ਤਾਂ ਉਹ ਆਬਜੈਕਟ 15 ਡਿਗਰੀ ਨਾਲ ਹੀ, ਹਾਂ ਪੂਰਾ 15 ਡਿਗਰੀ ਨਾਲ ਰੋਟੇਟ ਹੋ ਰਿਹਾ। ਮੈਂ ਇਹਨੂੰ ਇੱਕ ਮਿੰਟ ਲਈ ਅੰਡੂ ਕਰਦਾ, ਦੁਬਾਰਾ ਅੰਡੂ ਕਰਦਾ, ਅੰਡੂ ਵਾਪਸ ਓਰੀਜਨਲ। ਇੱਕ ਮਿੰਟ, ਟੀ ਵੀ ਡਿਲੀਟ ਹੋ ਗਈ, ਮੈਂ ਟੀ ਦੁਬਾਰਾ ਪਾ ਦੇਵਾਂ। ਹੁਣ ਇਹ 0 'ਤੇ ਹੈ ਨਾ, ਕੰਟਰੋਲ ਪਹਿਲਾਂ ਪਕੜਨਾ ਆ, ਪਹਿਲਾਂ ਇੱਕ ਵਾਰੀ ਕਲਿੱਕ ਕਰ ਲਿਆ, ਕੰਟਰੋਲ ਹੁਣ ਦਬ ਕੇ ਇਹਨੂੰ ਮੂਵ ਕਰੋ ਤਾਂ ਇਹ 15 ਡਿਗਰੀ ਜਾਂ ਫਿਰ 30 ਡਿਗਰੀ ਜਾਂ ਫਿਰ 45 ਡਿਗਰੀ ਮਲਟੀਪਲਸ ਆਫ 15 ਨਾਲ ਰੋਟੇਟ ਹੋਊਗਾ। ਮੈਂ ਪਹਿਲਾਂ ਕਰ ਰਿਹਾ ਸੀਗਾ ਇਸ ਤਰ੍ਹਾਂ ਕਿ ਕੰਟਰੋਲ ਬਾਅਦ 'ਚ ਪ੍ਰੈਸ ਕੀਤਾ, ਫਿਰ ਉਹਨੇ ਕੰਮ ਨਹੀਂ ਕੀਤਾ। ਕੰਟਰੋਲ ਪਕੜ ਕੇ ਫਿਰ ਹੀ ਆਪਾਂ ਇਹਨੂੰ ਡਰੈਗ ਕਰਨਾ ਆ ਜਾਂ ਰੋਟੇਟ ਕਰਨਾ ਆ ਮਾਊਸ ਨਾਲ। ਤੋ ਇਹ ਚਾਰੇ ਪਾਸਿਆਂ 'ਚੋਂ ਕਿਸੇ ਪਾਸਿਓਂ ਵੀ ਰੋਟੇਟ ਕਰ ਸਕਦੇ, ਗੱਲ ਇੱਕੋ ਹੀ ਹੈ। 4 ਬਟਨ ਨੇ ਚਾਰੇ ਪਾਸੇ। ਜਿਹੜੇ ਅੰਦਰਲੇ ਬਟਨ ਨੇ ਉਹਨੂੰ ਆਪਾਂ ਕਹਿੰਦੇ ਹਾਂ ਸਕਿਊ। ਸਕਿਊ ਦਾ ਮਤਲਬ ਤਿਰਛਾ ਕਰਨਾ। ਜਿਵੇਂ ਆਪਾਂ ਅੰਦਰਲਾ ਬਟਨ ਦੱਬਦੇ ਹਾਂ, ਦੇਖੋ ਕੀ ਹੁੰਦਾ। ਇਸ ਤਰ੍ਹਾਂ ਹੀ ਜੇ ਮੈਂ ਇਹਨੂੰ ਦੱਬੂਗਾ ਹੇਠਾਂ ਤੋਂ, ਇਹਨੂੰ ਦੱਬੂਗਾ ਉੱਤੋਂ, ਲੈਫਟ ਰਾਈਟ ਜਿੱਧਰ ਮਰਜ਼ੀ, ਇਸ ਤਰ੍ਹਾਂ ਹੀ ਅਗਰ ਆਪਾਂ ਆਹ ਵਰਟੀਕਲ ਵਾਲੇ ਬਟਨ ਦਬਾਂਗੇ ਤਾਂ ਇਹ ਇਸ ਤਰ੍ਹਾਂ ਕਰ ਦੂਗਾ। ਸਕਿਊ ਇਹ ਹੁੰਦਾ। ਤੋ ਟਰਾਂਸਫਰਮੇਸ਼ਨਸ ਦੇ ਵਿੱਚ ਆਪਾਂ
ਸਾਈਜ਼ ਦੀ ਵੀ ਚੇਂਜ ਕਰ ਸਕਦੇ ਹਾਂ, ਮੂਵ ਵੀ ਕਰ ਸਕਦੇ ਹਾਂ, ਸਕਿਊ ਵੀ ਕਰ ਸਕਦੇ ਹਾਂ, ਰੋਟੇਟ ਵੀ ਕਰ ਸਕਦੇ ਹਾਂ। 4 ਚੀਜ਼ਾਂ ਨੇ। ਇਹਦੇ 'ਚ ਇੱਕ ਚੀਜ਼ ਹੋਰ ਕਹਿਣ ਵਾਲੀ ਹੈ, ਜਦੋਂ ਆਪਾਂ ਸਪੋਜ਼ ਦੈਟ ਕਿ ਮਾਊਸ ਨਾਲ ਇਹਨੂੰ ਡਰੈਗ ਕਰਦੇ ਹਾਂ, ਜੇ ਅਗਰ ਮੈਂ ਹੁਣ ਸ਼ਿਫਟ ਦੱਬ ਲਵਾਂ, ਫਿਰ ਇਹ ਚਾਰੇ ਪਾਸਿਆਂ ਤੋਂ, ਯਾਨੀ ਕਿ ਸੈਂਟਰ ਉਹੀ ਰਹੂਗਾ, ਜਿੰਨੀ ਇਹ ਵੱਡੀ ਹੋ ਰਹੀ ਹੈ ਇਹ ਚਾਰੇ ਪਾਸਿਆਂ ਤੋਂ ਵੱਡੀ ਹੋ ਰਹੀ ਹੈ, ਸੈਂਟਰ ਨਹੀਂ ਚੇਂਜ ਹੋਇਆ। ਜੇ ਮੈਂ ਸ਼ਿਫਟ ਨਾ ਦੱਬਾਂ ਫਿਰ ਇਹ ਵੱਡੀ ਹੋ ਗਈ, ਜਾਂ ਮੈਂ ਛੋਟੀ ਕਹੂੰਗਾ ਛੋਟੀ ਹੋ ਜਾਊਗੀ। ਜਿੱਧਰ ਮਰਜ਼ੀ ਡਰੈਗ ਕਰਕੇ ਮੂਵ ਇਹਦੀ ਮੈਂ ਰੀਸਾਈਜ਼ਿੰਗ ਕਰ ਸਕਦਾ ਹਾਂ। ਅਤੇ ਇਹਦੇ ਨਾਲ ਕੀ ਹੈ, ਜਿਹੜੇ ਪਾਸੇ ਤੋਂ ਮੈਂ ਡਰੈਗ ਕਰ ਰਿਹਾ ਉਸ ਤੋਂ ਆਪੋਜ਼ਿਟ ਵਾਲੀ ਸਾਈਡ ਉਹ ਫਿਕਸ ਹੋ ਗਈ, ਉੱਥੇ ਹੀ ਹੈ। ਇਹਦਾ ਮਤਲਬ ਕੀ ਹੋਇਆ ਕਿ ਮੇਰੀ ਜਿਹੜੀ ਇਹ ਡਰਾਇੰਗ ਹੈ ਜਾਂ ਇਹ ਆਬਜੈਕਟ ਹੈ ਇਹ ਵੱਡਾ ਹੋ ਗਿਆ, ਬਟ ਇਹਦਾ ਜਿਹੜਾ ਅੱਪਰ ਰਾਈਟ ਸਾਈਡ ਦਾ ਕਾਰਨਰ ਹੈ ਉਹ ਜਿੱਥੇ ਪਹਿਲਾਂ ਸੀ ਉੱਥੇ ਹੀ ਹੋਣਾ ਹੈ। ਅਤੇ ਜੇ ਮੈਂ ਸ਼ਿਫਟ ਦੱਬ ਲਵਾਂ, ਸੈਂਟਰ ਸੇਮ ਹੋ ਗਿਆ। ਯਾਨੀ ਜੇ ਤੁਸੀਂ ਚਾਹੁੰਦੇ ਹੋ ਕਿ ਸੈਂਟਰ ਨਾ ਚੇਂਜ ਹੋਵੇ, ਵੱਡੇ ਹੋ ਜਾਣ, ਤਾਂ ਸ਼ਿਫਟ ਦੱਬ ਕੇ ਤੁਸੀਂ ਇਹਨੂੰ ਸ਼ਿਫਟ ਦੱਬ ਕੇ ਵੱਡਾ ਕਰੋਗੇ। ਇੱਦਾਂ ਹੀ ਜੇ ਅਗਰ ਮੈਂ ਇੱਧਰੋਂ ਸ਼ਿਫਟ ਦੱਬ ਕੇ ਕਰਦਾ ਤਾਂ ਵੀ ਸੈਂਟਰ ਉਹੀ ਰਹੂਗਾ, ਸਿਰਫ ਵਿਡਥ ਚੇਂਜ ਹੋਗੀ। ਮੈਂ ਹੁਣ ਵਿਡਥ ਨੂੰ ਚੇਂਜ ਕਰ ਰਿਹਾ ਨਾ, ਸੈਂਟਰ ਰਿਮੇਨਸ ਦਾ ਸੇਮ, ਵਿਡਥ ਚੇਂਜ ਹੋ ਗਈ। ਇਹਦੇ ਨਾਲ ਕੀ ਹੋਇਆ ਕਿ ਇਕੱਲੀ ਵਿਡਥ ਚੇਂਜ ਹੋਈ ਆ, ਹਾਈਟ ਨਹੀਂ ਚੇਂਜ ਹੋਈ। ਇੱਦਾਂ ਹੀ ਇਹਦੇ ਨਾਲ ਹਾਈਟ ਚੇਂਜ ਹੋ ਜੂਗੀ, ਮੈਂ ਡਿਕਰੀਜ਼ ਜਾਂ ਇਨਕਰੀਜ਼ ਕਰ ਲੂੰਗਾ, ਬਟ ਸੈਂਟਰ ਵਿਲ ਰਿਮੇਨ ਦਾ ਸੇਮ। ਅੱਛਾ, ਇਹ ਹੋ ਗਿਆ ਸ਼ਿਫਟ ਦਾ ਕੰਮ, ਕਿ ਸੈਂਟਰ ਨਾ ਚੇਂਜ ਹੋਵੇ, ਸੈਂਟਰ ਉਹੀ ਰਹੇ। ਇੱਕ ਕੰਟਰੋਲ ਦਾ ਕੰਮ ਦੱਸਣ ਲੱਗਿਆ। ਪਹਿਲਾਂ ਥੋੜ੍ਹਾ ਛੋਟਾ ਕਰ ਲਓ, ਇਹਨੂੰ ਬੜਾ ਵੱਡਾ ਹੋ ਗਿਆ, ਇਹਨੂੰ ਮੈਂ ਪਹਿਲਾਂ ਨਾਰਮਲੀ ਛੋਟਾ ਕਰ ਲਿਆ। ਹੁਣ ਕੰਟਰੋਲ ਦਾ ਕੀ ਕੰਮ ਹੈ, ਜਦੋਂ ਆਪਾਂ ਇਹਨੂੰ ਮੂਵ ਕਰਦੇ ਹਾਂ, ਮੰਨ ਲਓ ਤਾਂ ਮੈਂ ਸਾਈਜ਼ ਵੱਡਾ ਕਰਦਾ ਹਾਂ, ਸਾਈਜ਼ ਵੱਡਾ ਕਰਨ ਲੱਗਿਆ, ਜੇ ਮੈਂ ਕੰਟਰੋਲ ਦੱਬ ਲਵਾਂ ਤਾਂ ਇਹਦਾ ਸਾਈਜ਼ ਐਗਜ਼ੈਕਟਲੀ ਡਬਲ ਹੋਊਗਾ, ਜਿੰਨਾ ਹੋਣਾ ਉਸ ਤੋਂ ਡਬਲ ਜਾਂ ਫਿਰ ਟ੍ਰਿਪਲ। ਮਤਲਬ ਕਿ ਫਿਰ ਇਹ ਫਿਕਸ ਹੋ ਜਾਊਗਾ ਵੀ ਇਹਦਾ ਸਾਈਜ਼ ਐ ਨਹੀਂ ਹੈਗਾ ਜਿੰਨਾ ਮਰਜ਼ੀ ਕਰ ਲਓ, ਇਟ ਵਿਲ ਬੀ ਸੇਮ ਜਾਂ ਡਬਲ ਜਾਂ ਟ੍ਰਿਪਲ, ਇਸ ਤਰ੍ਹਾਂ ਚੱਲੂਗਾ। ਮਲਟੀਪਲਸ ਆਫ ਸੇਮ, ਯਾਨੀ 100% ਜਾਂ 200% ਜਾਂ 300%, ਇਸ ਤਰ੍ਹਾਂ ਦਾ ਸਾਈਜ਼ ਵੱਡਾ ਛੋਟਾ ਹੋਊਗਾ। ਹੁਣ ਜੇ ਮੈਂ ਛੋਟਾ ਕਰਨਾ ਹੋਵੇ ਤਾਂ ਵੀ ਇੱਦਾਂ ਹੋ ਜਾਊਗਾ। ਕੰਟਰੋਲ ਦੱਬਿਆ ਹੈ, ਇਸ ਲਈ ਹੋਇਆ ਨਹੀਂ ਹੈ। ਇੱਕ ਮਿੰਟ, ਕੰਟਰੋਲ ਦੱਬ ਕੇ ਮੈਂ ਛੋਟਾ ਕਰਦਾ, ਹੋਇਆ ਨਹੀਂ ਮੇਰੇ ਤੋਂ ਜੀ। ਕੰਟਰੋਲ ਦੱਬ ਕੇ ਮੈਂ ਇੱਧਰੋਂ ਛੋਟਾ ਕਰਾਂ, ਇਹਦਾ ਮਤਲਬ ਛੋਟਾ ਨਹੀਂ ਹੁੰਦਾ ਕੰਟਰੋਲ ਦੱਬ ਕੇ, ਮਲਟੀਪਲਸ 'ਚ ਵੱਧਦਾ ਹੀ ਹੈ। ਇਹ ਇੱਦਾਂ ਹੋ ਸਕਦਾ, ਮੈਂ ਗਲਤ ਨਾ ਕਹਿ ਰਿਹਾ। ਰੁਕੋ ਜੀ, ਛੋਟਾ ਤਾਂ ਆਪ ਹੀ ਕਰਨਾ ਪੈ ਗਿਆ, ਵੱਡਾ ਡਬਲ ਹੋ ਜਾਊਗਾ। ਕੰਟਰੋਲ ਦੱਬਿਆ ਡਬਲ ਹੋ ਗਿਆ। ਹੁਣ ਜੇ ਮੈਂ ਤਿਰਛਾ ਪਹਿਲੇ ਸੀ ਨਾ, ਇਸ ਲਈ ਤਿਰਛਾ ਤਾਂ ਪਹਿਲੇ ਸੀਗਾ, ਉਹ ਜੋ ਸ਼ੇਪ ਸੀਗੀ ਸ਼ੇਪ ਉਹੀ ਰਹਿਣੀ ਹੈ। ਜਿਵੇਂ ਸਕਿਊ ਕੀਤਾ ਹੈ, ਜਿੰਨੇ ਐਂਗਲ 'ਤੇ ਉਨੇ ਐਂਗਲ 'ਤੇ ਉਹ ਸਕਿਊ ਰਹਿਣਾ ਨਾ, ਉਹ ਤਾਂ ਆਪਾਂ ਨੇ ਚੇਂਜ ਨਹੀਂ ਕੀਤਾ। ਇਹਦਾ ਕੰਮ ਹੈ ਸਿਰਫ ਇਹਨੇ ਸਾਈਜ਼ ਨੂੰ ਇਨਕਰੀਜ਼ ਕਰਨਾ ਹੈ, ਔਰ ਮੈਂ ਪ੍ਰੈਕਟੀਕਲੀ ਇਹ ਦੇਖ ਰਿਹਾ ਕਿ ਸਾਈਜ਼ ਇਹਦਾ ਇਨਕਰੀਜ਼ਿੰਗ ਵੱਲ ਤਾਂ ਜਾ ਰਿਹਾ ਜੇ ਮੈਂ ਕੰਟਰੋਲ ਪਕੜ ਲਵਾਂ ਤਾਂ, ਬਟ ਡਿਕਰੀਜ਼ਿੰਗ ਵੱਲ ਨਹੀਂ ਜਾ ਰਿਹਾ, ਹਾਫ ਨਹੀਂ ਹੋ ਰਿਹਾ, ਯਾਨੀ ਮਲਟੀਪਲਸ ਦੇ ਵਿੱਚ ਡਿਵਾਈਡ ਨਹੀਂ ਹੋ ਰਿਹਾ, ਮਲਟੀਪਲਸ ਹੀ ਚੱਲੂਗਾ। ਹਾਂ, ਇੱਕ ਹੋਰ ਗੱਲ ਹੈ, ਜੇ ਮੈਂ ਇਹਨੂੰ ਕੰਟਰੋਲ ਦੱਬ ਕੇ ਇੱਦਾਂ ਪਿੱਛੇ ਨੂੰ ਲੈ ਜਾਵਾਂ, ਪਿੱਛੇ ਨੂੰ ਲੈ ਗਿਆ, ਕੰਟਰੋਲ ਦੱਬਿਆ ਹੋਇਆ, ਕੰਟਰੋਲ ਨੇ ਕੀ ਕੀਤਾ, ਸਾਈਜ਼ ਉਹੀ ਰੱਖਿਆ, ਸਾਈਜ਼ ਨਹੀਂ ਚੇਂਜ ਕੀਤਾ, 100% ਜਾਂ 200%। ਹੁਣ ਮੈਂ ਜੇ ਅਗਰ ਇਹਨੂੰ ਇੱਧਰ ਲੈ ਜਾਵਾਂ, ਕੀ ਹੋਇਆ, ਮਿਰਰ, ਯਾਨੀ ਕਿ ਜਿਹੜੀ ਲੈਫਟ ਐਂਡ ਰਾਈਟ ਆਪਸ ਦੇ ਵਿੱਚ ਰਿਪਲੇਸ ਹੋ ਗਏ, ਚੇਂਜ ਹੋ ਗਏ, ਇਹਨੂੰ ਆਪਾਂ ਮਿਰਰ ਕਹਿ ਸਕਦੇ ਹਾਂ। ਇਹ ਉਦੋਂ ਜੇ ਐਵੇਂ ਬਿਨਾਂ ਸ਼ਿਫਟ ਤੋਂ ਵੀ ਆਪਾਂ ਕਰ ਸਕਦੇ ਹਾਂ, ਬਿਨਾਂ ਸ਼ਿਫਟ ਤੋਂ ਮੈਂ ਉੱਧਰ ਲੈ ਗਿਆ, ਸਿੱਧਾ ਹੋ ਜਾਊਗਾ। ਬਟ ਸ਼ਿਫਟ ਨਹੀਂ ਦੱਬਿਆ ਹੋਇਆ, ਸੌਰੀ ਕੰਟਰੋਲ ਨਹੀਂ ਦੱਬਿਆ ਹੋਇਆ, ਤਾਂ ਇਹਦਾ ਸਾਈਜ਼ ਜ਼ਰੂਰੀ ਨਹੀਂ ਕਿ ਹੁਣ ਸੇਮ ਹੀ ਹੋਊਗਾ, ਮੇ ਬੀ ਇਹਦਾ ਸਾਈਜ਼ ਉੱਤੋਂ ਘੱਟ ਗਿਆ ਹੋਵੇ ਜਾਂ ਵੱਧ ਗਿਆ ਹੋਵੇ। ਇਹ ਫ੍ਰੀ ਹੈ, ਆਪਾਂ ਜਿੰਨਾ ਮਰਜ਼ੀ ਮੂਵ, ਯਾਨੀ ਇੱਥੇ ਕੀ ਹੋਇਆ, ਆਪਾਂ ਇਹਨੂੰ ਰੀਸਾਈਜ਼ ਕੀਤਾ। ਜਦੋਂ ਰੀਸਾਈਜ਼ ਕਰਦੇ ਹੋਏ ਆਪਾਂ ਪਿਛਲੇ ਪਾਸੇ ਲੈ ਜਾਂਦੇ ਹਾਂ ਤਾਂ ਉਹ ਮਿਰਰ ਬਣ ਜਾਊਗਾ, ਮਿਰਰ ਬਣ ਜਾਂਦਾ। ਹੁਣ ਜਿਵੇਂ ਮੈਂ ਇੱਥੇ ਛੱਡਣ ਲੱਗਿਆ ਤਾਂ ਇਹ ਸਿੱਧਾ ਹੋ ਜਾਊਗਾ। ਇੱਦਾਂ ਹੀ ਉੱਪਰ ਵੀ ਕਰ ਸਕਦੇ ਹਾਂ, ਹੇਠਾਂ ਨੂੰ ਤਾਂ ਲੈ ਗਿਆ, ਇਹਦੀ ਹਾਈਟ ਵੱਧ ਗਈ, ਉੱਪਰ ਨੂੰ ਲੈ ਜਾਂਦੇ, ਜੇ ਉੱਪਰ ਨੂੰ ਲੈ ਜਾਂਦੇ ਤਾਂ ਇਹਦੀਆਂ ਲੱਤਾਂ ਉੱਪਰ, ਸਿਰ ਥੱਲੇ, ਪੁੱਠਾ ਹੋ ਗਿਆ। ਫਿਰ ਇਹਨੂੰ ਸਿੱਧਾ ਕਰਨਾ ਹੋਵੇ ਤਾਂ ਇੱਦਾਂ ਸਿੱਧਾ ਕਰ ਸਕਦੇ ਹਾਂ। ਦਿਸ ਇਜ਼ ਬਾਈ ਯੂਜ਼ਿੰਗ ਮਾਊਸ। ਮਾਊਸ ਦੇ ਦੁਆਰਾ ਆਪਾਂ ਇਹਨੂੰ ਮੂਵ, ਹਾਂ ਮੂਵ ਦੀ ਗੱਲ ਰਹੇਗੀ,
ਇਹਨੂੰ ਆਪਾਂ ਐਂ ਚੱਕੋ, ਮੂਵ ਕਰ ਲਓ ਐਨੀਵੇਅਰ। ਵੀ ਕੈਨ ਮੂਵ, ਵੀ ਕੈਨ ਰੀਸਾਈਜ਼, ਵੀ ਕੈਨ ਰੋਟੇਟ, ਵੀ ਕੈਨ ਸਕਿਊ। ਇਹ 4 ਚੀਜ਼ਾਂ ਇਹਨੂੰ ਆਪਾਂ ਕਹਿੰਦੇ ਆ ਟਰਾਂਸਫਾਰਮੇਸ਼ਨਸ। ਇਹਦੇ ਵਾਸਤੇ ਕਮਾਂਡ ਵੀ ਹੈਗੀ ਆ। ਆਪਾਂ ਇੱਕ ਵਾਰੀ ਕਮਾਂਡ ਵੀ ਯੂਜ਼ ਕਰਦੇ ਹਾਂ 2 ਮਿੰਟ। ਹਾਂ ਇੱਕ ਹੋਰ ਗੱਲ, ਠੀਕ ਹੈ, ਟਰਾਂਸਫਾਰਮੇਸ਼ਨਸ ਆਪਾਂ ਕਮਾਂਡ ਨਾਲ ਯੂਜ਼ ਕਰਦੇ ਹਾਂ। ਇਹਨੂੰ ਇੱਕ ਸਾਈਡ 'ਤੇ ਪਿਆ ਰਹਿਣ ਦਿੰਦੇ ਹਾਂ। ਲੈਟਸ ਸੇ ਆਪਾਂ ਇੱਕ ਹੋਰ ਮੰਨ ਲਓ ਕੋਈ ਹੋਰ ਵਰਡ ਲਿਖ ਦੇਣਾ, ਟਰਾਂਸਫਾਰਮੇਸ਼ਨਸ ਯੂਜ਼ਿੰਗ ਕਮਾਂਡ। ਮੈਂ ਇਹ ਇੱਕ ਵੈਸੇ ਹੀ ਬਣਾ ਲਿਆ, ਇੱਕ ਆਬਜੈਕਟ ਸਿਲੈਕਟ ਕਰ ਲਿਆ। ਹੁਣ ਇਹਦੇ 'ਚ ਅਰੇਂਜ ਦੇ ਵਿੱਚ ਕਮਾਂਡ ਹੈ ਟਰਾਂਸਫਾਰਮੇਸ਼ਨਸ। ਅਰੇਂਜ ਮੀਨੂ ਦੇ ਵਿੱਚ ਟਰਾਂਸਫਾਰਮੇਸ਼ਨਸ ਦੇ ਵਿੱਚ ਪੋਜੀਸ਼ਨ, ਰੋਟੇਟ, ਸਕਿਊ, ਸਾਈਜ਼ ਤੇ ਸਕੇਲ। ਇਹਦੇ 'ਚ 5 ਆਪਸ਼ਨਸ ਨੇ। ਤੁਸੀਂ ਕੋਈ ਵੀ ਕਮਾਂਡ ਚਲਾ ਲਓ। ਮੰਨ ਲਓ ਪੋਜੀਸ਼ਨ ਕਮਾਂਡ ਚਲਾਈ, ਸ਼ਾਰਟਕਟ ਕੀ ਵੀ ਲਿਖੀ Alt F7। ਆਪਾਂ Alt F7 ਦੱਬ ਕੇ ਇਹ ਕਮਾਂਡ ਓਪਨ ਕਰ ਸਕਦੇ ਹਾਂ। ਹੁਣ ਜੇ ਕਮਾਂਡ ਓਪਨ ਕਰਦੇ ਹਾਂ ਦੈਨ ਕੀ ਹੋਊਗਾ, ਆ ਇੱਕ ਸਾਈਡ 'ਤੇ ਇੱਕ ਡੌਕਿੰਗ ਵਿੰਡੋ ਆ ਗਈ। ਇਸ ਵਿੰਡੋ ਦੇ ਵਿੱਚ ਜਾਂ ਇਹਦੇ ਵਿੱਚ ਕਮਾਂਡਾਂ ਨੇ। ਇਹਦੇ 'ਚ ਪਹਿਲੀ ਕਮਾਂਡ ਪੋਜੀਸ਼ਨ ਦੀ ਹੋਈ ਹੈ। ਪੋਜੀਸ਼ਨ ਦਾ ਮਤਲਬ ਹੈ ਉਹਦੀ ਪੋਜੀਸ਼ਨ ਕਿੱਥੇ ਹੋਵੇ, ਮਤਲਬ ਉਹਦੀ ਆਪਾਂ ਮੂਵ ਕਰ ਸਕਦੇ ਹਾਂ। ਦੂਜਾ ਹੈਗਾ ਆ ਇਹਦੇ ਵਿੱਚ ਰੋਟੇਟ। ਤੀਸਰਾ ਇਹਦੇ 'ਚ ਹੈਗਾ ਆ ਸਾਈਜ਼ ਐਂਡ ਮਿਰਰ। ਚੌਥਾ ਇਹਦੇ ਵਿੱਚ ਹੈਗਾ ਆ ਸਕੇਲ ਐਂਡ ਮਿਰਰ ਤੇ ਇੱਕ ਸਾਈਜ਼, ਤੇ ਇੱਕ ਇਹਦੇ 'ਚ ਹੈਗਾ ਸਕਿਊ। ਆਪਾਂ 1v1 ਪਹਿਲਾਂ ਆਪਾਂ ਸਿੱਖਦੇ ਹਾਂ ਪੋਜੀਸ਼ਨ। ਪੋਜੀਸ਼ਨ ਦਾ ਕੀ ਕੰਮ ਹੋਇਆ, ਜਿਹੜੀ ਇਹ ਆਬਜੈਕਟ ਕਰੰਟਲੀ ਇਸ ਵੇਲੇ ਸਿਲੈਕਟਡ ਹੈ, ਇਹਦੀ ਮੈਂ ਥੋੜ੍ਹਾ ਜਿਹਾ ਵੱਡਾ ਕਰ ਲੈਣਾ ਤਾਂ ਕਿ ਦਿਖਣਾ ਸੌਖਾ ਹੋ ਜਾਵੇ। ਫਾਰ ਐਗਜ਼ਾਮਪਲ ਮੈਂ ਇਹਨੂੰ ਇੱਥੋਂ ਥੋੜ੍ਹਾ ਜਿਹਾ ਵੱਡਾ ਕਰਨ ਵਾਸਤੇ ਉੱਧਰ ਕਮਾਂਡ ਵੀ ਹੈ, ਬਟ ਮੈਂ ਇਹਨੂੰ ਮਾਊਸ ਨਾਲ ਸਿੰਪਲੀ ਇੱਦਾਂ ਹੀ ਵੱਡਾ ਕਰ ਲਿਆ, ਮੈਨੂੰ ਵਿਜ਼ੀਬਲ ਸੌਖਾ ਹੋ ਜਾਊਗਾ। ਹੁਣ ਆਹ ਇੱਕ ਬਟਨ ਦੇਖੋ, ਰਿਲੇਟਿਵ ਪੋਜੀਸ਼ਨ। ਰਿਲੇਟਿਵ ਪੋਜੀਸ਼ਨ ਦਾ ਮਤਲਬ ਹੈ ਜਿੱਥੇ ਹੋਣਾ ਉਹਦੇ ਮੁਤਾਬਕ। ਜੇ ਇਹਨੂੰ ਆਫ ਕਰਾਂਗੇ ਤਾਂ ਇਹਦਾ ਆਪੋਜ਼ਿਟ ਹੋਊਗਾ ਐਬਸੋਲੂਟ ਪੋਜੀਸ਼ਨ। ਆਪਾਂ ਇਹਨੂੰ ਇੱਕ ਵਾਰੀ ਐਬਸੋਲੂਟ ਤੇ ਇਹਨੂੰ ਆਫ ਕਰਦੇ ਹਾਂ। ਆਫ ਕਰਦੇ ਹਾਂ then ਆ ਉੱਪਰ ਦੇਖੋ ਕੀ ਲਿਖਿਆ ਹੈ, H ਤੇ V। ਇਹ H ਦਾ ਮਤਲਬ ਹੈ ਹੌਰੀਜ਼ੌਂਟਲ, ਯੈਸ, ਤੇ V ਦਾ ਮਤਲਬ ਹੈ ਵਰਟੀਕਲ। ਹੁਣ ਇਹ ਜਿਹੜਾ ਹੌਰੀਜ਼ੌਂਟਲ ਲਿਖਿਆ ਹੋਇਆ ਇਹਦੇ ਤੁਸੀਂ ਦੇਖੋ ਇੱਥੇ ਲਿਖਿਆ ਹੈ 116 mm, 116.5 mm। ਯਾਨੀ ਕਿ ਜਿਹੜਾ ਇਹ ਆਬਜੈਕਟ ਇਸ ਵੇਲੇ ਸਿਲੈਕਟਡ ਹੈ, ਇਹਦੀ ਐਬਸੋਲੂਟ ਪੋਜੀਸ਼ਨ ਕਿਹਦੀ, ਆਹ ਆਬਜੈਕਟ ਦੀ ਇੱਕ ਬਣਾ ਰਿਹਾ ਆਬਜੈਕਟ ਦਾ ਇਹ ਸੈਂਟਰ ਹੈ। ਜੇ ਮੈਂ ਆਬਜੈਕਟ ਦੇ ਇੱਥੇ ਮੈਂ ਲੈਫਟ ਤੇ ਕਲਿੱਕ ਕਰੂੰਗਾ, ਬਿੰਦੀ ਹਟ ਕੇ ਇੱਥੇ ਆ ਗਈ ਟਿਕ। ਹੁਣ ਕੀ ਹੈ, ਜਿਹੜਾ ਇਹ ਆਬਜੈਕਟ ਆਪਾਂ ਸਿਲੈਕਟ ਕੀਤਾ ਹੋਇਆ, ਇਸ ਆਬਜੈਕਟ ਦੀ ਅਪਰ ਲੈਫਟ ਕਾਰਨਰ ਦੀ ਪੋਜੀਸ਼ਨ ਇੱਥੇ ਲਿਖੀ ਹੋਈ ਹੈ। ਇਹ ਪੋਜੀਸ਼ਨ ਕਿਵੇਂ ਆ, ਮੈਂ ਅਪਰ ਲੈਫਟ ਕਾਰਨਰ ਦੀ ਪੋਜੀਸ਼ਨ ਨੂੰ ਦਿਖਾਉਣ ਲੱਗਿਆ ਕਿਵੇਂ ਆ। H ਦਾ ਮਤਲਬ ਹੌਰੀਜ਼ੌਂਟਲੀ 39.4 ਹੈ। ਇਹ ਕੀ ਹੈ, ਆ ਜਿਹੜੀ ਪੁਆਇੰਟ ਹੈ ਨਾ, ਆ ਲਾਈਨ ਹੈ ਨਾ ਜਿਹੜੀ, ਇਹ ਲਾਈਨ ਤੋਂ ਲੈ ਕੇ ਇੱਧਰ ਨੂੰ ਜਿਹੜੀ ਦੂਰੀ ਹੈ, ਇਹ ਆ ਪੁਆਇੰਟ ਦੀ, ਆ ਜਿੱਥੇ ਮੈਂ ਹੁਣ ਮਾਊਸ ਰੱਖੀ ਹੋਈ ਹੈ ਪੁਆਇੰਟ, ਇਸ ਪੁਆਇੰਟ ਦੀ ਲੈਫਟ ਸਾਈਡ ਤੋਂ ਜਿਹੜੀ ਲੈਫਟ ਐਜ ਤੋਂ ਦੂਰੀ ਹੈ, ਇਹ ਇੱਥੋਂ ਤੋਂ ਲੈ ਕੇ ਮੈਂ ਮੂਵ ਕਰਦਾ ਇੱਦਾਂ ਅਪ ਟੂ ਆ ਲਾਈਨ, ਇਹ 0 ਸੀ। 0 ਤੋਂ ਵੱਧਦਾ ਇੱਥੇ ਤੱਕ ਆ ਗਿਆ। ਇਹ mm ਦੇ ਵਿੱਚ ਇਹਦਾ ਸਾਈਜ਼ ਹੈਗਾ 39 mm, ਯਾਨੀ ਕਿ 3.9 ਸੈਂਟੀਮੀਟਰਸ ਹੈ। ਤੇ ਵਰਟੀਕਲੀ ਇੱਥੋਂ ਥੱਲੇ ਨੂੰ ਚੱਲੋ, ਜਿੱਥੇ ਮੈਂ ਹੁਣ ਮਾਊਸ ਰੱਖੀ ਇੱਥੋਂ ਤੋਂ ਲੈ ਕੇ ਥੱਲੇ ਨੂੰ ਆ ਜਾਓ ਥੱਲੇ ਨੂੰ ਇਹ ਥੱਲੇ ਸ਼ੁਰੂ ਕਰਦਾ ਆ 0 ਪੁਆਇੰਟ ਹੈ। 0 ਤੋਂ ਇੱਦਾਂ ਉੱਪਰ ਨੂੰ ਮੂਵ ਕਰਨਾ ਸ਼ੁਰੂ ਕਰ ਗਏ ਤਾਂ ਇਹ 195 ਇਹ ਦੀ ਦੂਰੀ ਹੈ। ਹੁਣ ਜੇ ਸਪੋਜ਼ ਕਰੋ ਇਹਨੂੰ ਮੈਂ 1 ਸੈਂਟੀਮੀਟਰ ਉੱਪਰ ਨੂੰ ਮੂਵ ਕਰਨਾ ਹੈ, ਤਾਂ ਇੱਥੇ ਫਿਰ ਮੈਂ 1 ਸੈਂਟੀਮੀਟਰ ਦਾ ਮਤਲਬ ਹੈ ਵਰਟੀਕਲੀ ਉੱਪਰ ਨੂੰ ਮੂਵ ਕਰਨਾ ਹੈ। 195 'ਚ ਮੈਂ 10 ਜੋੜ ਦਵਾਂ, 1 ਸੈਂਟੀਮੀਟਰ 'ਚ 10 mm ਨੇ 205 ਕਰ ਦਵਾਂ ਨਾ, 200 ਹਾਂ 195 ਹੈ ਨਾ, ਇਹਨੂੰ ਮੈਂ 205 ਕਰ ਦੇਣਾ। ਔਰ ਜਦੋਂ ਮੈਂ ਅਪਲਾਈ 'ਤੇ ਕਲਿੱਕ ਕਰੂੰਗਾ ਤਾਂ ਕੀ ਹੋਊਗਾ ਕਿ ਇਹ 1 ਸੈਂਟੀਮੀਟਰ ਐਗਜ਼ੈਕਟਲੀ 1 ਸੈਂਟੀਮੀਟਰ ਅਪਵਰਡ ਨੂੰ ਮੂਵ ਹੋ ਜਾਊਗੀ। ਦੇਖਿਓ ਅਪਲਾਈ 'ਤੇ ਕਲਿੱਕ ਕਰਦੇ ਹਾਂ, ਅਪਵਰਡ ਮੂਵ ਹੋ ਗਿਆ ਐਗਜ਼ੈਕਟਲੀ 1 ਸੈਂਟੀਮੀਟਰ ਦੇ ਨਾਲ। ਮੈਨੂੰ ਕੀ ਕਰਨਾ ਪਿਆ, ਜੋੜ ਕਰਨਾ ਪਿਆ ਵੀ 195 ਦੇ ਵਿੱਚ 105 10 ਜੋੜੇ 205 ਬਣ ਗਏ। ਤੇ ਜੇ ਮੈਂ ਇਹ ਚਾਹੁੰਦਾ ਮੈਂ 1 ਸੈਂਟੀਮੀਟਰ ਇਹਨੂੰ ਮੂਵ ਕਰਨਾ ਆ ਕਰੰਟ ਪੋਜੀਸ਼ਨ ਤੋਂ, ਤਾਂ ਮੈਂ ਇਹਨੂੰ ਔਨ ਕਰ ਦੂੰ ਰਿਲੇਟਿਵ ਪੋਜੀਸ਼ਨ। ਰਿਲੇਟਿਵ ਪੋਜੀਸ਼ਨ ਔਨ ਕਰਨ ਦੇ ਨਾਲ ਇਹਦਾ ਮਤਲਬ ਜਿੱਥੇ ਹੋਣਾ ਉਸ ਹਿਸਾਬ ਨਾਲ ਹੁਣ ਉਹਦੇ ਜਿਹੜਾ ਰਿਲੇਟਿਵ ਪੋਜੀਸ਼ਨ ਦੇ ਹਿਸਾਬ ਨਾਲ
ਜੇ ਮੈਂ ਇੱਥੇ 0 ਕਰ ਦਿੰਦਾ, ਹੌਰੀਜ਼ੌਂਟਲੀ 0, ਵਰਟੀਕਲੀ ਮੈਂ -1 ਕਰ ਦਿੰਦਾ, ਤਾਂ ਜਿੱਥੇ ਹੁਣ ਹੈ ਉੱਥੇ ਦੇ ਹਿਸਾਬ ਨਾਲ ਉਹ ਹੌਰੀਜ਼ੌਂਟਲੀ ਤਾਂ ਉਹੀ ਰਹੂਗਾ, ਯਾਨੀ ਕਿ ਵਿਡਥ ਵਾਈਜ਼ ਤਾਂ ਉਹ x ਤਾਂ ਉਹਦੀ ਉਹੀ ਰਹੂਗੀ, y ਉਹਦੀ 1 ਤਾਂ ਬਹੁਤ ਥੋੜਾ ਹੈ, 10 ਕਰੋ, 10 mm ਮਤਲਬ 1 ਸੈਂਟੀਮੀਟਰ ਡਾਊਨ ਆ ਜਾਊਗੀ, ਮਤਲਬ ਕਿ ਉਹ ਜਿੱਥੇ ਪਹਿਲਾਂ ਸੀ ਉੱਥੇ ਆ ਜਾਊਗੀ। ਆਪਾਂ ਜੇ ਅਪਲਾਈ ਤੇ ਕਲਿੱਕ ਕਰਦੇ ਹਾਂ ਤਾਂ ਯੂ ਸੀ ਕਿ 1 ਸੈਂਟੀਮੀਟਰ ਨੀਚੇ ਆ ਗਈ। ਇੱਦਾਂ ਜੇ ਮੈਂ ਫਿਰ ਅਪਲਾਈ ਕਰੂੰਗਾ 1 ਸੈਂਟੀਮੀਟਰ ਹੋਰ ਨੀਚੇ ਆ ਗਈ, ਫਿਰ ਕਰੂੰਗਾ 1 ਸੈਂਟੀਮੀਟਰ ਹੋਰ ਨੀਚੇ ਆ ਗਈ, ਫਿਰ ਕਰੂੰਗਾ 1 ਸੈਂਟੀਮੀਟਰ ਹੋਰ ਨੀਚੇ ਆ ਗਈ। ਦਿਸ ਵੇ ਵੀ ਕੈਨ ਮੂਵ ਇਟ ਜਿੰਨਾ ਚਾਹੀਏ। ਇੱਦਾਂ ਹੀ ਮੰਨ ਲਓ ਮੈਂ ਇਹਨੂੰ ਹੌਰੀਜ਼ੌਂਟਲੀ 10 ਸੈਂਟੀਮੀਟਰ ਪਿੱਛੇ ਲੈ ਕੇ ਆਉਣਾ ਚਾਹੁੰਦਾ ਹਾਂ, ਮੈਂ ਇੱਥੇ -10 ਕਹਿ ਦੇਵਾਂ, ਵਰਟੀਕਲੀ 20 ਆ ਜਾਊਗਾ, ਵਰਟੀਕਲੀ 0 ਕਰ ਦਿੰਦੇ ਹਾਂ। ਹੁਣ ਜੇ ਮੈਂ ਅਪਲਾਈ ਕਰੂੰਗਾ ਤਾਂ ਹੌਰੀਜ਼ੌਂਟਲੀ 10 ਸੈਂਟੀਮੀਟਰ ਪਿੱਛੇ ਚੱਲ ਜੂਗੀ, ਲੈਫਟ ਸਾਈਡ ਨੂੰ ਚੱਲ ਜੂਗੀ, 10 mm ਸੌਰੀ, ਜਾਂ 1 ਸੈਂਟੀਮੀਟਰ। ਤੇ ਜੇ ਮੈਂ ਇਹ ਚਾਹੁੰਦਾ ਕਿ ਇਹ ਬਿਲਕੁਲ ਇੱਥੇ ਆ ਜਾਵੇ, ਬਿਲਕੁਲ ਲੋਅਰ ਲੈਫਟ ਐਜ ਤੇ ਆ ਜਾਵੇ, ਤਾਂ ਫਿਰ ਮੈਂ ਕੀ ਕਹੂੰਗਾ, ਫਿਰ ਮੈਂ ਐਬਸੋਲਿਊਟ ਤੇ ਇਹਨੂੰ ਰਿਲੇਟਿਵ ਨੂੰ ਆਫ ਕਰ ਦੇਣਾ। ਇੱਥੇ ਮੈਂ ਲਿਆਉਣਾ ਕਿ ਇਹਦਾ ਲੋਅਰ ਲੈਫਟ ਕਾਰਨਰ ਜਿਹੜਾ ਆ ਉਹ 0 ਤੇ ਆ ਜਾਵੇ, ਇੱਥੇ ਮੈਂ 0 ਕਰ ਦਵਾਂ, ਇੱਥੇ ਮੈਂ 0 ਕਰ ਦਵਾਂ। ਹੁਣ ਕੀ ਹੋਊਗਾ ਜਦੋਂ ਮੈਂ ਅਪਲਾਈ ਕਰੂੰਗਾ, ਦੈਨ ਇਹ ਆਬਜੈਕਟ ਬਿਲਕੁਲ ਲੋਅਰ ਲੈਫਟ ਯਾਨੀ 0 ਤੇ ਆ ਜਾਊਗਾ। ਕੀ 0 ਤੇ ਆਊਗਾ? ਇਹਦਾ ਲੈਫਟ ਸਾਈਡ, ਯਾਨੀ ਕਿ ਇਹਦੀ ਪੁਆਇੰਟ ਤੇ ਅਪਲਾਈ ਕਰਕੇ ਦੇਖੀਏ, ਐਗਜ਼ੈਕਟਲੀ 0 ਤੇ ਇਹ ਆ ਗਿਆ, ਯਾਨੀ ਆਬਜੈਕਟ ਬਿਲਕੁਲ ਪੇਜ ਦੇ ਹੇਠਾਂ ਤੋਂ ਸਟਾਰਟ ਹੋ ਗਿਆ। ਪੇਪਰ ਦੀ ਜਿਹੜੀ ਟੋਟਲ ਵਿਡਥ ਹੈ ਉਹ ਹੈਗੀ ਆ, ਜਦੋਂ ਨਾ ਆਬਜੈਕਟ ਕੋਈ ਨਹੀਂ ਸਿਲੈਕਟ ਕੀਤਾ, ਖਾਲੀ ਥਾਂ ਤੇ ਕਲਿੱਕ ਕਰਤਾ, ਦੈਨ ਆਪਾਂ ਨੂੰ ਦਿਖਦਾ ਪੇਜ ਦੀ ਜਿਹੜੀ ਟੋਟਲ ਹਾਈਟ ਹੈ ਉਹ 297 mm। ਹਾਂ ਹਾਈਟ ਹੈ, ਜਿੱਥੇ ਮੈਂ ਹੁਣ ਮਾਊਸ ਰੱਖਿਆ ਨਾ, ਇਹ ਮਾਊਸ ਇਹ ਦੱਸ ਰਿਹਾ ਕਿ ਇਹਦੀ ਹਾਈਟ 297 mm ਹੈ। ਅਗਰ ਮੈਂ ਇਹ ਚਾਹਨਾ ਕਿ ਇਸ ਆਬਜੈਕਟ ਨੂੰ ਬਿਲਕੁਲ ਐਨ ਟੌਪ ਤੇ ਲੈ ਕੇ ਜਾਣਾ ਹੈ, ਤਾਂ ਮੈਂ ਟੌਪ ਤੇ ਕਿਵੇਂ ਲੈ ਕੇ ਜਾਊਂਗਾ? ਪਹਿਲਾਂ ਤਾਂ ਮੈਂ ਕਰ ਲਵਾਂ, ਔਰ ਇੱਥੇ ਮੈਂ ਹੁਣ ਵਰਟੀਕਲੀ ਤਾਂ ਮੈਂ ਵਰਟੀਕਲੀ ਮੈਂ ਸੈੱਟ ਕਰ ਦਵਾਂ 297 ਸੀਗਾ, 297 ਸੀਗਾ, 297 ਜਿੰਨੀ ਉਹਦੀ ਟੋਟਲ ਪੇਜ ਦੀ ਹਾਈਟ ਆ ਉਦਾਂ ਨੰਬਰ ਦਿੱਤਾ, H0 ਕਹਿ ਦਿੰਦਾ। ਵਰਟੀਕਲੀ ਉਹਨੇ ਉੱਪਰ ਹੋ ਜੂਗੀ, ਹੈ ਨਾ, ਜਿੱਥੇ ਹੋਣਾ ਉੱਤੋਂ ਨਹੀਂ, ਮੈਂ ਇਹਨੂੰ ਐਬਸੋਲੂਟ ਰਿਲੇਟਿਵ ਆਫ ਕੀਤਾ ਹੋਇਆ, ਐਬਸੋਲੂਟਲੀ ਉੱਥੇ ਪਹੁੰਚ ਜਾਊਗਾ। ਕਿਹੜਾ ਪੁਆਇੰਟ? ਉੱਪਰਲਾ, ਅਪਰ ਲੈਫਟ ਪੁਆਇੰਟ। ਤੇ ਅਪਲਾਈ ਕਰਕੇ ਦੇਖਿਓ, ਬਿਲਕੁਲ ਟੌਪ ਤੇ ਆ ਗਈ। ਜਿੰਨੀ ਪੇਪਰ ਦੀ ਵਿਡਥ ਹੈ 297, ਇਹਦੀ ਵੀ ਜਿਹੜੀ ਪੋਜੀਸ਼ਨ ਹੈ 297, ਐਗਜ਼ੈਕਟਲੀ ਟੌਪ ਤੇ ਆ ਗਈ। ਤੋ ਇਹ ਮੂਵ ਦਾ ਪੋਜੀਸ਼ਨ ਦਾ ਕੰਮ ਹੈ, ਮੂਵ ਕਰਨਾ। ਆਪਾਂ ਮੂਵ ਕਰ ਸਕਦੇ ਹਾਂ ਰਿਲੇਟਿਵਲੀ ਵੀ, ਐਬਸੋਲੂਟਲੀ ਵੀ, ਜਿਵੇਂ ਸਾਨੂੰ ਚਾਹੀਦਾ ਹੈ। ਹੁਣ ਜਿਵੇਂ ਮੰਨ ਲਓ ਇੱਥੇ ਹੈ, ਮੈਂ ਚਾਹੁੰਦਾ ਕਿ ਇਹ 20 mm ਯਾਨੀ ਕਿ 2 ਸੈਂਟੀਮੀਟਰ ਇਹ ਮੂਵ ਹੋ ਜਾਵੇ ਥੱਲੇ ਨੂੰ ਵੀ ਔਰ ਰਾਈਟ ਨੂੰ ਵੀ, ਤਾਂ ਫਿਰ ਮੈਂ ਰਿਲੇਟਿਵਲੀ ਤੇ ਜਾਊਂਗਾ, ਰਿਲੇਟਿਵਲੀ ਔਨ ਕਰ ਦੂੰਗਾ, ਤੇ ਇੱਥੇ 2 ਸੈਂਟੀਮੀਟਰ ਦਾ ਮਤਲਬ 20 mm ਕੱਟ ਕੇ ਮੈਂ 20 ਲਿਖ ਦਵਾਂ, ਇੱਥੇ ਵੀ 20 mm ਲਿਖ ਦਵਾਂ। ਹੁਣ ਜਦੋਂ ਮੈਂ ਅਪਲਾਈ ਤੇ ਕਲਿੱਕ ਕਰੂੰਗਾ ਤਾਂ ਇਹ 2 ਸੈਂਟੀਮੀਟਰ ਡਾਊਨ, 2 ਸੈਂਟੀਮੀਟਰ ਰਾਈਟ ਤੇ ਚਲੇ ਗਿਆ। ਹੋ ਮਾਈਨਸ ਕਰਨਾ ਸੀਗਾ, ਜਿਹੜਾ 20 ਹੈ ਨਾ, ਇਹ ਮੈਂ 20 ਇਹ ਥੱਲੇ ਉੱਪਰ ਚੱਲਦਾ 20, ਤੇ ਇਹਨੂੰ ਹੁਣ ਮੈਂ 2 ਵਾਰੀ ਮਾਈਨਸ ਕਰੂੰਗਾ। ਇੱਕ ਵਾਰੀ ਪਹਿਲਾਂ ਮੈਂ ਮਾਈਨਸ ਕਰ ਦਿੰਦਾ ਔਰ ਇਹਨੂੰ 0 ਕਰ ਦਿੰਦਾ। ਹੌਰੀਜ਼ੌਂਟਲੀ ਠੀਕ ਹੈ, ਵਰਟੀਕਲੀ 20 ਥੱਲੇ ਆ ਜਾਵੇ, ਜਾਂ ਮੈਂ 40 ਸਿੱਧਾ ਮਾਈਨਸ ਕਰ ਦਿੰਦਾ, 20 ਉੱਪਰ ਪਹਿਲਾਂ ਚਲੇ ਗਿਆ, 20 ਆਪਾਂ ਹੋਰ ਲੈ ਜਾਣਾ ਸੀਗਾ, 40 ਨੀਚੇ ਕਰਤਾ ਥੋੜ੍ਹਾ ਜਿਹਾ ਮਿਰਤੀ। ਯੈਸ, ਹੁਣ ਇਹ ਜਿਹੜਾ ਟਰਾਂਸਫਰਮੇਸ਼ਨ ਹੈ ਇਹਦੇ ਉੱਪਰ 20 mm ਦੀ ਜਗ੍ਹਾ ਖਾਲੀ ਹੈ, ਔਰ ਇਹਦੇ ਲੈਫਟ ਸਾਈਡ ਤੇ ਵੀ 20 mm ਦੀ ਜਗ੍ਹਾ ਖਾਲੀ ਹੈ। ਆਈ ਹੋਪ ਯੂ ਅੰਡਰਸਟੈਂਡ। ਜਿਹੜਾ ਇਹਦਾ ਸੈਂਟਰ ਹੈ ਉਹ ਕਿੱਥੇ ਹੈ? ਜੇ ਦੇਖਣਾ ਹੋਵੇ ਇਹਨੂੰ ਕਲਿੱਕ ਕਰੋ ਤੇ ਇਹਨੂੰ ਆਫ ਕਰ ਦਿਓ। ਇਹਦਾ ਸੈਂਟਰ ਇਸ ਵੇਲੇ ਜਿਹੜਾ ਸੈਂਟਰ ਪੁਆਇੰਟ ਹੈ, ਇਹ ਇਸ ਵੇਲੇ 97.110 ਇੰਨੇ mm ਤੇ ਖੜਾ ਹੈ ਇਸ ਵੇਲੇ, ਔਰ ਇਹਦੀ ਵਰਟੀਕਲੀ ਪੋਜੀਸ਼ਨ ਇਹਦੀ 259.02 ਹੈ। ਇਹ ਸੈਂਟਰ ਦੀ ਪ੍ਰੈਜ਼ੈਂਟ ਪੋਜੀਸ਼ਨ ਹੈ। ਤੇ ਵੀ ਕੈਨ ਅਗੇਨ ਇੱਥੇ ਵੀ ਆਪਾਂ ਇਹਨੂੰ ਸੈਂਟਰ ਨੂੰ ਵੀ ਮੂਵ ਕਰ ਸਕਦੇ ਹਾਂ। ਮੰਨ ਲਓ ਮੈਂ ਇਹ ਕਹਾਂ ਵੀ ਇਹਨੂੰ ਐਗਜ਼ੈਕਟਲੀ ਸੈਂਟਰ 'ਚ ਲੈ ਕੇ ਆਉਣਾ ਹੈ। ਐਗਜ਼ੈਕਟਲੀ ਸੈਂਟਰ ਦਾ ਮਤਲਬ ਹੈ ਇਹਦੀ ਪੇਪਰ ਦੀ ਜਿਹੜੀ ਵਿਡਥ ਹੈ, ਹੌਰੀਜ਼ੌਂਟਲੀ ਸੈਂਟਰ 'ਚ ਲੈ ਕੇ ਜਾਣਾ। ਇਹਦੀ ਜਿਹੜੀ ਵਿਡਥ ਹੈ ਇਹ ਹੈਗੀ 210 mm,
105 mm ਤੇ ਦਾ ਸੈਂਟਰ 'ਚ ਆਊਗਾ। ਤਾਂ ਜੇ ਅਗਰ ਮੈਂ ਇਹ ਚਾਹਾਂ ਕਿ ਇਹ ਐਗਜ਼ੈਕਟਲੀ ਸੈਂਟਰ 'ਚ ਆ ਜਾਵੇ ਤਾਂ ਮੈਂ ਕੈਲਕੂਲੇਸ਼ਨ ਕਰਕੇ ਦੇਖ ਲਈ ਹੈ, ਰਿਲੇਟਿਵਲੀ ਨਹੀਂ ਐਬਸੋਲੂਟਲੀ ਔਨ ਹੀ ਇਸ ਵੇਲੇ ਇਹਦੀ ਜਿਹੜੀ ਐਚ ਵਾਲੀ ਪੋਜੀਸ਼ਨ ਹੈ ਇਹ ਮੈਂ 105 ਕਰ ਦੇਣਾ ਤੇ ਵਰਟੀਕਲ ਨੂੰ ਮੈਂ ਛੇੜੂੰਗਾ ਹੀ ਨਹੀਂ, ਜਿੰਨਾ ਹੈਗਾ ਠੀਕ ਹੈ। ਤੇ ਜੇ ਮੈਂ ਇਹ 105 ਕਰ ਦੇਵਾਂ ਹੁਣ ਅਪਲਾਈ ਕਰੂੰਗਾ ਤਾਂ ਇਹ ਜਿਹੜਾ ਇਹ ਆਬਜੈਕਟ ਹੈ ਪੇਜ ਦੇ ਬਿਲਕੁਲ ਸੈਂਟਰ 'ਚ ਆ ਜਾਊਗਾ। ਹੁਣ ਇਹ ਆਬਜੈਕਟ ਦੇ ਪੇਜ ਦੇ ਵਿੱਚ ਲੈਫਟ ਸਾਈਡ ਤੋਂ ਜਿੰਨੀ ਜਗ੍ਹਾ ਖਾਲੀ ਹੈ ਉਨੀ ਰਾਈਟ ਤੋਂ ਖਾਲੀ ਹੈ। ਐਗਜ਼ੈਕਟਲੀ ਦਿਸ ਇਜ਼ ਇਨ ਦੀ ਸੈਂਟਰ ਆਫ ਪੇਜ। ਟ੍ਰਾਂਸਫਰਮੇਸ਼ਨਸ ਦਾ ਮੂਵ ਵਾਲਾ ਬਟਨ ਜਿਹੜਾ ਆ ਜੇ ਸਮਝ ਲੱਗੀ ਤਾਂ ਅਗਲੇ ਕੰਮ ਉਹਦੇ ਨਾਲ ਰਿਲੇਟਡ ਜਿਹੇ ਨੇ, ਸਮਝ ਜਲਦੀ ਲੱਗ ਜੂਗੀ। ਹੁਣ ਆਪਾਂ ਗੱਲ ਕਰਦੇ ਹਾਂ ਇੱਦਾਂ ਹੀ ਰੋਟੇਟ ਦੀ। ਰੋਟੇਟ ਇਸ ਆਬਜੈਕਟ ਨੂੰ ਰੋਟੇਟ ਕਰਨਾ, ਜਿਵੇਂ ਪਹਿਲਾਂ ਆਪਾਂ ਮਾਊਸ ਨਾਲ ਖਿੱਚ ਉਦਾਂ ਹੀ ਫ੍ਰੀ ਹੈਂਡ ਜਿੱਦਾਂ ਮਰਜ਼ੀ ਜਿੰਨਾ ਮਰਜ਼ੀ ਆਪਾਂ ਰੋਟੇਟ ਕਰ ਲੈਂਦੇ ਸੀਗੇ, ਇੱਦਾਂ ਇੱਥੇ ਰੋਟੇਟ ਕਰਨ ਵਾਸਤੇ ਆਪਾਂ ਇਹਨੂੰ ਦੱਸਾਂਗੇ ਕਿੰਨੇ ਡਿਗਰੀ ਤੇ ਰੋਟੇਟ ਕਰਨਾ ਹੈ। ਇਹ ਰੋਟੇਟ ਸੈਂਟਰ ਤੋਂ ਹੋਊਗਾ। ਇਸ ਲਈ ਨਾ ਇਹ ਚੂਜ਼ ਕੀਤਾ ਹੈ ਨਾ ਸੈਂਟਰ ਤੋਂ ਰੋਟੇਟ ਹੋਊਗਾ। ਜੇ ਮੈਂ ਚਾਹੁੰਦਾ ਕਿ ਲੈਫਟ ਤੋਂ ਰੋਟੇਟ ਹੋ ਜਾਵੇ ਯਾਨੀ ਕਿ ਇਹਨੂੰ ਫਿਕਸ ਕਰ ਦੂਗਾ, ਇਹਨੂੰ ਇੱਥੇ ਰੱਖ ਕੇ ਫਿਰ ਰੋਟੇਟ ਕਰੂਗਾ। ਹੁਣ ਕਿੰਨੇ ਡਿਗਰੀ, ਸਪੋਜ਼ ਕਰੋ ਇੱਥੇ ਮੈਂ ਲਿਖ ਦੇਣਾ 10 ਡਿਗਰੀ ਜਾਂ 20 ਡਿਗਰੀ, ਐਨੀ ਨੰਬਰ ਆਈ ਕੈਨ ਸਪੈਸੀਫਾਈ ਹੀਅਰ। ਹੁਣ ਜੇ ਮੈਂ ਅਪਲਾਈ ਤੇ ਕਲਿੱਕ ਕਰੂੰਗਾ ਦੈਨ ਕੀ ਹੋਊਗਾ, ਇਹ ਐਂਟੀ ਕਲੌਕਵਾਈਜ਼ ਰੋਟੇਟ ਹੋ ਗਿਆ। ਜੇ ਮੈਂ ਦੁਬਾਰਾ ਫਿਰ ਇੱਥੇ -20 ਕਰ ਦੂੰਗਾ ਹੁਣ ਇਹ ਪਿੱਛੇ ਨੂੰ ਰੋਟੇਟ ਹੋ ਜਾਊਗਾ। ਅਪਲਾਈ ਕਰਿਓ, ਠੀਕ ਹੈ ਨਾ। ਜੇ ਮੈਂ ਮੰਨ ਲਓ 20 ਮਾਈਨਸ ਫਿਰ ਕਰ ਦੇਵਾਂ ਤਾਂ ਹੁਣ ਅਪਲਾਈ ਕਰੂੰਗਾ ਤਾਂ 20 ਹੋਰ ਪਿੱਛੇ ਨੂੰ 20 ਨਾਲ ਇਹਦੀ ਰੋਟੇਸ਼ਨ ਹੋ ਰਹੀ ਹੈ। ਕਰਦੇ ਕਰਦੇ ਫਿਰ ਇਹ 0 ਤੇ ਆਈ ਜਾਊਗਾ ਜੀ। ਆਈ ਹੋਪ ਯੂ ਅੰਡਰਸਟੈਂਡ। ਇਹ ਆਪਾਂ ਨੇ ਕੀਤਾ ਸੀਗਾ ਲੈਫਟ ਐਜ ਤੋਂ, ਅਪਰ ਲੈਫਟ ਕਾਰਨਰ ਤੋਂ। ਇੱਦਾਂ ਹੀ ਆਪਾਂ ਲੋਅਰ ਲੈਫਟ ਕਾਰਨਰ ਜਾਂ ਲੋਅਰ ਰਾਈਟ ਕਾਰਨਰ ਜਾਂ ਅਪਰ ਰਾਈਟ ਕਾਰਨਰ ਜਾਂ ਫਰੋਮ ਦੀ ਮਿਡਲ ਅਪਰ ਮਿਡਲ ਜਾਂ ਲੋਅਰ ਮਿਡਲ ਜਾਂ ਲੈਫਟ ਮਿਡਲ ਜਾਂ ਰਾਈਟ ਮਿਡਲ ਜਾਂ ਸੈਂਟਰ, ਜਿੱਥੋਂ ਆਪਾਂ ਚਾਹੀਏ ਉੱਥੋਂ। ਯਾਨੀ ਕਿ ਇਹ ਹੈ ਰੋਟੇਸ਼ਨ ਦਾ ਐਂਗਲ। ਤੇ ਅਸੀਂ ਇਹ ਰਿਲੇਟਿਵਲੀ ਹੈ। ਜੇ ਮੈਂ ਇਹਨੂੰ ਰਿਲੇਟਿਵ ਨਾਲ ਨਹੀਂ ਹੈ, ਰਿਲੇਟਿਵ ਨਹੀਂ ਹੈਗਾ, ਆਫ ਹੈ ਨਾ ਰਿਲੇਟਿਵ ਸੈਂਟਰ ਮੈਂ ਔਨ ਕਰ ਦੇਵਾਂ, ਇਹ ਤਾਂ ਹੈਗਾ ਇਹ 'ਚ। ਮੈਂ ਇੱਥੇ ਐਂ ਵੀ ਕਹਿ ਸਕਦਾ, ਇੱਥੇ ਆਪਣੇ ਕੋਲੋਂ ਪੋਜੀਸ਼ਨ ਦਊਂਗਾ ਸੈਂਟਰ ਦੀ ਕਿ ਰੋਟੇਟ ਕਿੱਥੋਂ ਕਰੇ। ਮੈਂ ਇਹ ਕਹਿ ਦਵਾਂ ਇੱਥੇ 0 ਇੱਥੇ 0। ਇਹਦਾ ਮਤਲਬ ਕੀ ਹੋ ਗਿਆ, ਬਿਲਕੁਲ ਜਿਹੜੀ ਉਹ ਲੋਅਰ 0 ਪੋਜੀਸ਼ਨ ਕਿਹੜੀ ਹੁੰਦੀ ਆ, ਮੈਂ ਮਾਊਸ ਉੱਥੇ ਲੈ ਕੇ ਜਾਣਾ, ਇੱਥੋਂ ਕੰਪਿਊਟਰ ਇੱਥੋਂ ਫੜ ਕੇ ਰੋਟੇਟ ਕਰੂਗਾ। ਹੁਣ ਦੇਖਿਓ ਰਿਜ਼ਲਟ ਕਿੱਦਾਂ ਦਾ ਹੁੰਦਾ। ਜੇ ਮੈਂ 10 ਕਰਕੇ ਅਪਲਾਈ ਕਰੂੰਗਾ, 20 ਕੀਤਾ ਹੈ, 20 ਮਾਈਨਸ ਦਾ ਅਪਲਾਈ ਕੀਤਾ ਤਾਂ ਰੋਟੇਟ ਕਿਵੇਂ ਹੋਇਆ। ਇਹਨੂੰ ਸੈਂਟਰ ਮੰਨਿਆ ਉਹਨੇ, ਇਹਨੂੰ ਸੈਂਟਰ ਮੰਨ ਕੇ ਪਹਿਲਾਂ ਇਹ ਇੱਥੋਂ ਐ ਸੀਗਾ, ਹੁਣ ਇੱਥੋਂ 20 ਡਿਗਰੀ ਪਿੱਛੇ ਨੂੰ ਲੈ ਗਿਆ। ਜਿਹੜੀ ਇਹਦੀ ਰੋਟੇਸ਼ਨ ਹੈ ਨਾ, ਇਹਦੀ ਜਿਹੜੀ ਰੋਟੇਸ਼ਨ ਹੈ, ਮੈਂ ਮਾਊਸ ਨਾਲ ਦੱਸਣਾ, ਉਹਨੇ ਇਹਨੂੰ ਇੱਥੋਂ ਸੈਂਟਰ ਮੰਨਿਆ। ਪ੍ਰਕਾਰ ਦੀ ਸੂਈ ਉਹਨੇ ਇੱਥੋਂ ਰੱਖੀ, ਜਿਵੇਂ ਆਪਾਂ ਪ੍ਰਕਾਰ ਦੀ ਸੂਈ ਨਾਲ ਡਿਵਾਈਡ ਕਰਦੇ ਹਾਂ ਨਾ, ਆਪਾਂ ਰੋਟੇਟ ਐਂਗਲ ਬਣਾਉਂਦੇ ਹਾਂ, ਉਹਨੇ ਪ੍ਰਕਾਰ ਦੀ ਸੂਈ ਇੱਥੇ ਮੰਨ ਲਈ, ਇੱਥੇ ਰੱਖੀ ਹੋਈ ਹੈ। ਇੱਥੇ ਰੱਖ ਕੇ ਸਾਰੇ ਆਬਜੈਕਟ ਨੂੰ ਮੈਂ ਇੱਥੇ ਚੱਲ ਹੁਣ ਸ਼ਕਲ ਨਾਲ ਦਿਖਾ ਰਿਹਾ, ਐ ਸੀਗਾ ਐ ਲੈ ਗਿਆ। ਅਗੇਨ ਮੈਂ ਇਹਨੂੰ ਸਿਲੈਕਟ ਕਰਕੇ ਉਹ ਦੱਸਿਆ ਹੀ ਹੋਇਆ ਨਾ, ਯਾਨੀ ਸੈਂਟਰ ਨੇ ਇਹਨੂੰ ਨਹੀਂ ਮੰਨਿਆ ਨਾ, ਸੈਂਟਰ ਨੇ ਕਿਹਨੂੰ ਮੰਨਿਆ, ਇਹਨੂੰ, ਕਿਉਂਕਿ ਮੈਂ ਉੱਥੇ 0 ਕੀਤਾ ਹੋਇਆ। ਅਗੇਨ ਮੈਂ ਅਪਲਾਈ ਕਰਾਂ ਤਾਂ ਇੱਥੋਂ ਪਹਿਲਾਂ ਇੱਥੇ ਗਿਆ 20 ਡਿਗਰੀ, ਫਿਰ ਇੱਥੇ ਗਿਆ 20 ਡਿਗਰੀ, ਆਹ ਸੈਂਟਰ ਮੰਨਿਆ ਉਹਨੇ। ਸੈਂਟਰ ਆਫ ਰੋਟੇਸ਼ਨ ਇਜ਼ ਦਿਸ ਪੁਆਇੰਟ। ਮੈਂ ਇਹਨੂੰ ਫਿਰ 20 ਡਿਗਰੀ ਪਲੱਸ ਕਰ ਦਿੰਦਾ 1 ਮਿੰਟ, ਤਾਂ ਕਿ ਉੱਥੇ ਪਹੁੰਚ ਜਾਵੇ ਨਾ। ਇਹ ਇੱਥੇ 20 ਪਲੱਸ ਕਰਕੇ ਅਪਲਾਈ ਕਰਾਂ, ਫਿਰ ਇੱਕ ਵਾਰੀ ਅਪਲਾਈ ਕਰਾਂ, ਜਿੱਥੇ ਸੀ ਉੱਥੇ ਆ ਗਿਆ। ਮਾਈਨਸ ਨਾਲ ਪਿੱਛੇ ਨੂੰ ਤੇ ਪਲੱਸ ਨਾਲ ਅੱਗੇ ਨੂੰ। ਅੱਛਾ ਜੀ, ਇੱਕ ਕਮਾਂਡ ਇੱਥੇ ਹੋਰ ਆਪਾਂ ਦੇਖ ਰਹੇ ਹਾਂ, ਅਪਲਾਈ ਟੂ ਡੁਪਲੀਕੇਟ। ਇਹਦਾ ਕੰਮ ਅੰਦਾਜ਼ਾ ਲੱਗਿਆ ਕੀ ਹੋਊਗਾ ਕਿ ਜੇ ਮੈਂ ਇਹ ਕਮਾਂਡ ਦਊਂਗਾ ਨਾ ਤਾਂ ਓਰੀਜਨਲ ਉਵੇਂ ਹੀ ਰਹਿ ਜਾਊਗਾ, ਡੁਪਲੀਕੇਟ ਇੱਕ ਨਵਾਂ ਬਣ ਜਾਊਗਾ। ਜਿਵੇਂ ਮੈਂ ਅਪਲਾਈ ਕਰਾਂ ਤਾਂ ਇਹ ਹੁਣ ਮੈਂ ਕਿਹਾ ਸੀਗਾ 20 ਡਿਗਰੀ, ਤਾਂ ਉਹਨੇ ਇੱਥੋਂ ਇਹਨੂੰ ਐ ਚੱਕ ਕੇ 20 ਡਿਗਰੀ ਤੇ ਲੈ ਗਿਆ ਹੈ, ਡੁਪਲੀਕੇਟ ਬਣਾਤਾ। ਹਾਂ, ਓਰੀਜਨਲ ਐਜ਼ ਇਟ ਇਜ਼ ਰਹਿ ਗਿਆ।
ਤੋ ਓਰੀਜਨਲ ਨੂੰ ਛੱਡ ਕੇ ਜੇ ਮੈਂ ਫਿਰ ਅਪਲਾਈ ਟੂ ਡੁਪਲੀਕੇਟ ਇੱਦਾਂ ਇਹ ਥੋੜਾ ਛੋਟਾ ਦੇਖੋ ਕਿਹੋ ਜਿਹੀ ਸ਼ੇਪ ਬਣ ਗਈ, ਸਿਮੈਟਰੀਕਲ ਸ਼ੇਪ ਬਣੂਗੀ ਕੋਈ ਨਾ ਕੋਈ। ਮੈਂ ਅਪਲਾਈ ਟੂ ਡੁਪਲੀਕੇਟ ਕਰੀ ਜਾਂਦਾ ਹਾਂ, ਮੁੜ ਕੇ ਫਿਰ ਉੱਥੇ ਓਰੀਜਨਲ ਤੇ ਆ ਜਾਣਾ, ਓਰੀਜਨਲ ਤੇ ਆ ਗਿਆ, ਇੱਕ ਸਿਮੈਟਰੀਕਲ ਸ਼ੇਪ ਜੀ ਬਣ ਜਾਂਦੀ ਹੈ ਜੇ ਅਪਲਾਈ ਟੂ ਡੁਪਲੀਕੇਟ ਕਰਦਾ। ਇੱਥੇ ਹੁਣ 2 ਨੇ, ਇਹਦੇ ਉੱਤੇ 2 ਨੇ, ਮੈਂ ਦੁਬਾਰਾ ਇਹਨੂੰ ਮੈਂ ਇੱਕ ਡਿਲੀਟ ਕਰ ਦੇਣਾ। ਯੈਸ, ਇਹ 360 ਨੂੰ, ਯਾਨੀ ਕਿ ਇਹ ਸਾਰਿਆਂ ਦਾ ਸੈਂਟਰ ਇਹ ਹੈ। ਤੋ 360/20 ਕਿੰਨਾ ਹੁੰਦਾ ਆ? ਇੱਕ ਹੈ ਨਹੀਂ 18 ਹੋ ਗਏ ਨਾ, ਇਹ ਆਬਜੈਕਟ 18 ਹੋਣਗੇ। 20 ਡਿਗਰੀ ਫਿਰ 20 ਡਿਗਰੀ 18 ਆਬਜੈਕਟ ਹੋਣਗੇ। ਜੇ ਮੈਂ 10 ਕਰ ਦਿੰਦਾ ਤਾਂ ਇਹ 36 ਆਬਜੈਕਟ ਹੋ ਜਾਣਗੇ ਇੱਦਾਂ ਦੇ। ਸਿਮੈਟਰੀ ਉਹ ਨਹੀਂ ਬਣਨੀ ਸੀਗੀ, ਇੱਦਾਂ ਬਣ ਗਈ। ਇਹਨੂੰ ਚਲੋ ਨੈਕਸਟ ਅਸੀਂ ਕਰਦੇ ਹਾਂ, ਇਹ ਹੋ ਗਿਆ ਰੋਟੇਟ। ਉਸ ਤੋਂ ਅੱਗੇ ਆਪਾਂ ਕਰਦੇ ਹਾਂ ਸਕੇਲ ਐਂਡ ਮਿਰਰ। ਇਹ ਕਮਾਂਡਾਂ ਹੁਣ ਕੰਮ ਨਹੀਂ ਕਰਦੀਆਂ, ਫਿੱਕੀਆਂ ਕਿਉਂ ਨੇ? ਕਿਉਂਕਿ ਕੋਈ ਵੀ ਆਬਜੈਕਟ ਸਿਲੈਕਟਡ ਨਹੀਂ ਹੈਗਾ। ਮੈਂ ਇੱਥੋਂ ਇੱਕ ਆਬਜੈਕਟ ਚੱਕ ਲੈਣਾ, ਕੋਈ ਆਹੀ, ਇਹ ਲਓ ਇੱਕ ਆਬਜੈਕਟ ਮੈਂ ਚੱਕ ਕੇ ਇੱਧਰ ਸਾਈਡ 'ਤੇ ਰਹਿ ਗਿਆ। ਆ ਵੀ ਹੈਗਾ, ਮੈਂ ਇਹ ਆਬਜੈਕਟ ਨੂੰ ਮੂਵ ਕਰ ਰਿਹਾ। ਜੇ ਮੈਂ ਇੱਥੇ ਛੱਡ ਦੂੰਗਾ ਤਾਂ ਆਬਜੈਕਟ ਉੱਥੋਂ ਹਟ ਕੇ ਇੱਥੇ ਆ ਜਾਊਗਾ। ਮੈਂ ਚਾਹੁੰਦਾ ਉਹ ਉਵੇਂ ਰਵੇ, ਇਹ ਨਵਾਂ ਇੱਥੇ ਬਣ ਜਾਵੇ। ਤਾਂ ਮੈਂ ਮਾਊਸ ਨਾਲ ਵੀ ਨਾ ਜਦੋਂ ਉੱਥੇ ਮੂਵ ਕਰਦਾ ਆ, ਇੱਕ ਵਾਰੀ ਰਾਈਟ ਕਲਿੱਕ ਕਰਿਓ, ਦੇਖਿਓ ਮੈਂ ਰਾਈਟ ਕਲਿੱਕ ਕਰੂੰਗਾ ਨਾ, ਤੁਸੀਂ ਦੇਖੋ ਮਾਊਸ ਪੁਆਇੰਟਰ ਦੇ ਨਾਲ ਪਲੱਸ ਆ ਗਿਆ ਨਾ। ਇਹ ਪਲੱਸ ਇੰਡੀਕੇਟ ਕਰਦਾ, ਮਾਊਸ ਪੁਆਇੰਟਰ ਨਾਲ ਪਲੱਸ ਇੰਡੀਕੇਟ ਕਰਦਾ ਕਿ ਮੈਂ ਇਹਨੂੰ ਚਾਹੁੰਦਾ ਕਿ ਇਹ ਉਹੀ ਅਪਲਾਈ ਟੂ ਡੁਪਲੀਕੇਟ ਵਾਲਾ ਕੰਮ ਹੋ ਗਿਆ, ਕਿ ਇਹ ਮੂਵ ਹੋ ਜਾਵੇ, ਓਰੀਜਨਲ ਐਜ਼ ਇਟ ਇਜ਼ ਉੱਥੇ ਪਿਆ ਹੋਵੇ। ਕਲਿੱਕ ਕੀਤਾ, ਛੱਡ ਦਿੰਦਾ ਮੈਂ, ਓਰੀਜਨਲ ਪਿਆ ਰਹਿ ਗਿਆ। ਜੇ ਮੈਂ ਰਾਈਟ ਕਲਿੱਕ ਦੁਬਾਰਾ ਕਰ ਦਿੰਦਾ ਤਾਂ ਇਹ ਮਾਈਨਸ ਪਲੱਸ ਨਹੀਂ ਹਟ ਜਾਣਾ ਸੀ। ਤੋ ਮੈਂ ਜਦੋਂ ਮਾਊਸ ਨਾਲ ਵੀ ਟ੍ਰਾਂਸਫਰਮੇਸ਼ਨ ਕਰਦਾ, ਉਸ ਵੇਲੇ ਛੱਡਣ ਲੱਗਿਆ ਮੈਂ ਰਾਈਟ ਕਲਿੱਕ ਕਰ ਦਵਾਂ। ਇੱਕ ਵਾਰੀ ਰਾਈਟ ਕਲਿੱਕ ਕਰਕੇ ਨਹੀਂ ਕਿ ਦੱਬੀ ਰੱਖਣਾ, ਰਾਈਟ ਕਲਿੱਕ ਕਰਕੇ ਛੱਡ ਦੇਣਾ ਹੈ। ਤੋ ਜਦੋਂ ਰਾਈਟ ਕਲਿੱਕ ਕਰਾਂਗੇ ਇੱਕ ਵਾਰੀ ਤਾਂ ਪਲੱਸ ਦਾ ਸਾਈਨ ਉਹਦੇ ਉੱਤੇ ਲੱਗ ਜਾਊਗਾ। ਪਲੱਸ ਸਾਈਨ ਲੱਗ ਗਿਆ, ਇਹਦਾ ਮਤਲਬ ਹੈ ਕਿ ਇਹ ਅਪਲਾਈ ਟੂ ਡੁਪਲੀਕੇਟ ਵਾਲੀ ਕਮਾਂਡ ਚੱਲੂਗੀ। ਇਹਨੂੰ ਆਪਾਂ ਕਹਿੰਦੇ ਹਾਂ ਲੀਵ ਓਰੀਜਨਲ, ਕਿ ਓਰੀਜਨਲ ਨੂੰ ਐਜ਼ ਇਟ ਇਜ਼ ਪਿਆ ਰਹਿਣ ਦੇ। ਓਕੇ, ਮੈਂ ਇਹਦੇ ਤੇ ਕਮਾਂਡ ਅਪਲਾਈ ਕਰਨ ਲੱਗਿਆ ਸੀ, ਹੋਰ ਕੋਈ ਕਿਹੜੀ? ਸਕੇਲ। ਸਕੇਲ ਜਿੱਦਾਂ ਮੈਂ ਮਾਊਸ ਨਾਲ ਇੱਥੋਂ ਖਿੱਚ ਕੇ ਵੱਡਾ ਛੋਟਾ ਕਰਦਾ ਹਾਂ, ਉਹ ਕਿੰਨੇ % ਸਕੇਲਿੰਗ ਦਾ ਮਤਲਬ ਹੈ ਇਹਨੂੰ ਆਪਾਂ ਕਹਿੰਦੇ 120% ਵੱਡਾ ਕਰ ਦੇ, ਜਾਂ ਇੱਥੋਂ ਛੋਟਾ ਵੀ ਕਰ ਸਕਦੇ ਹਾਂ, 50% ਛੋਟਾ ਕਰ ਦੇ, 70% ਕਰ ਦੇ, 80% ਕਰ ਦੇ। ਇਹਦਾ ਮਤਲਬ ਹੈ ਕਿ ਜਿੰਨਾ ਉਹਦਾ ਪ੍ਰੈਜ਼ੈਂਟ ਸਾਈਜ਼ ਆ ਉਹਦਾ ਉਸ ਹਿਸਾਬ ਨਾਲ ਉਹਨੂੰ ਆਪਾਂ 100 ਤੋਂ ਘਟਾਵਾਂਗੇ ਤਾਂ ਛੋਟਾ ਹੋ ਜਾਊਗਾ, 100 ਤੋਂ ਵਧਾਵਾਂਗੇ ਤਾਂ ਵੱਡਾ ਹੋ ਜਾਊਗਾ। ਤੋ ਇਹਦੀ ਵਧਾਉਣ ਵਾਸਤੇ ਆ ਹੈਗੀ ਆ H ਹੌਰੀਜ਼ੌਂਟਲੀ ਕਿੰਨਾ ਵਧਾਵੇ, V ਵਰਟੀਕਲੀ ਕਿੰਨਾ ਵਧਾਵੇ, ਤੇ ਇਹ ਹੈਗਾ ਨਾਨ ਪ੍ਰੋਪੋਰਸ਼ਨਲ। ਨਾਨ ਪ੍ਰੋਪੋਰਸ਼ਨਲ ਇਸ ਵੇਲੇ ਔਨ ਕੀਤਾ ਹੋਇਆ, ਇਹਨੂੰ ਆਫ ਕਰ ਦਿਓ। ਪ੍ਰੋਪੋਰਸ਼ਨਲ ਬਣ ਗਿਆ। ਪ੍ਰੋਪੋਰਸ਼ਨਲ ਬਣ ਗਿਆ ਤਾਂ ਇਹਦਾ ਮਤਲਬ ਇਹ ਹੈ ਵੀ ਜੇ ਅਗਰ ਮੈਂ ਹੁਣ ਹਾਈਟ ਵਧਾਉਂਗਾ ਤਾਂ ਨਾਲ ਹੀ ਵਿਡਥ ਵੀ ਵਧੂਗੀ। ਮੈਂ H ਹੌਰੀਜ਼ੌਂਟਲ ਵਧਾਵਾਂ, ਨਾਲ V ਵੀ ਵਧੀ ਜਾ ਰਹੀ ਹੈ, ਦੇਖ ਰਹੇ ਨਾ। ਤੇ ਜੇ ਮੈਂ ਇਹਨੂੰ ਆਫ ਕਰ ਦਿੰਦਾ ਆ, ਹੁਣ ਮੈਂ H ਵਧਾਉਂਗਾ ਤਾਂ V ਨੂੰ ਕੋਈ ਫਰਕ ਨਹੀਂ ਪੈਣਾ, V ਤੇ H ਦੋਨੋਂ ਆਪਸ 'ਚ ਇੰਡੀਪੈਂਡੈਂਟ ਹੋ ਗਈਆਂ। ਇਹ ਉਹੀ ਹੋ ਗਈ ਗੱਲ ਵੀ ਕਾਰਨਰ ਤੋਂ ਖਿੱਚਣਾ ਆ ਜਾਂ ਸਾਈਡਾਂ ਤੋਂ ਖਿੱਚਣਾ ਆ। ਜੇ ਅਸੀਂ ਚਾਹੁੰਦੇ ਹਾਂ ਕਿ ਪ੍ਰੋਪੋਰਸ਼ਨਲੀ ਇਹਦੀ ਵਿਡਥ ਤੇ ਹਾਈਟ ਜਿਵੇਂ ਹੈ ਉਵੇਂ ਹੀ ਰਵੇ ਤਾਂ ਤੁਸੀਂ ਇਹਨੂੰ ਆਫ ਕਰ ਦਿਓ। ਆਫ ਕਰਿਆ, ਹੁਣ ਤੁਸੀਂ ਖਿੱਚ ਕੇ ਦੇਖੋ ਦੋਨੋਂ ਪਾਸਿਆਂ ਤੋਂ ਰਿਲੇਟਿਵਲੀ ਜਿੰਨੀ ਪੋਜੀਸ਼ਨ ਹੈਗੀ ਉਨੀ। ਨਾਨ ਪ੍ਰੋਪੋਰਸ਼ਨਲ ਔਨ ਹੈ, ਆਫ ਕਰਤਾ। ਤੇ ਇਹ 1 ਮਿੰਟ ਜੀ, ਇੱਥੇ ਇੱਕ ਵਾਰੀ ਆਪਾਂ ਨੂੰ ਫਿਰ ਬਰਾਬਰ ਕਰਨਾ ਪਊਗਾ ਨਾ। 250 ਇਹ ਪਹਿਲਾਂ ਚੇਂਜ ਕਰਤਾ ਸੀਗਾ। ਹੁਣ ਜਦੋਂ ਆਪਾਂ ਜਦੋਂ ਆਪਾਂ ਇੱਥੋਂ ਚੇਂਜ ਕਰਦੇ ਹਾਂ ਤਾਂ ਰਿਲੇਟਿਵਲੀ ਉਸ ਹਿਸਾਬ ਨਾਲ ਵਧੀ ਜਾ ਰਿਹਾ। ਜੇ ਮੈਂ ਇੱਥੇ ਇਹਨੂੰ ਮੰਨ ਲਓ 200 ਕਰ ਦੇਵਾਂ, ਟੈਬ ਦੱਬਾਂ, ਤਾਂ ਉਸ ਰਿਲੇਟਿਵਲੀ ਇੱਧਰ ਆ ਗਿਆ। ਇੱਥੇ ਹੁਣ ਮੈਂ ਇੱਕ ਵਾਰੀ ਆਫ ਕਰ ਦੇਵਾਂ, ਇਹਨੂੰ ਔਨ ਕਰਕੇ ਇੱਥੇ 200 ਭਰ ਦੇਵਾਂ। ਜੇ ਮੈਂ ਇਹ ਚਾਹੁੰਦਾ ਹਾਂ ਕਿ ਬਰਾਬਰ ਹੋਵੇ, ਮੈਂ ਐਂਟਰ ਕਰਤਾ, ਐਂਟਰ ਨਾਲ ਅਪਲਾਈ ਹੋ ਗਿਆ। ਇਹਦਾ ਜਿਹੜਾ ਸਾਈਜ਼ ਹੈ ਇਹ ਜਿੰਨਾ ਪਹਿਲਾਂ ਸੀ ਤੋਂ ਡਬਲ ਹੋ ਗਿਆ। ਡਬਲ ਹੋ ਗਿਆ ਦਾ ਮਤਲਬ ਹਾਈਟ ਵੀ ਡਬਲ ਹੋ ਗਈ, ਵਿਡਥ ਵੀ ਡਬਲ ਹੋ ਗਈ, ਕਿਉਂਕਿ ਦੋਨਾਂ ਨੂੰ 200% ਕੀਤਾ। ਹੁਣ ਜੇ ਮੈਂ ਇੱਥੇ ਨਾ ਮਿਰਰ ਔਨ ਆਫ ਕਰ ਸਕਦੇ ਹਾਂ। ਇਸ ਵੇਲੇ ਮਿਰਰ ਆਫ ਹੈ, ਜੇ ਕਲਿੱਕ ਕਰਾਂਗੇ ਔਨ ਹੋ ਗਿਆ। ਹੁਣ ਜੇ ਮੈਂ ਅਪਲਾਈ ਤੇ ਕਲਿੱਕ ਕਰੂੰਗਾ ਦੈਨ ਕੀ ਹੋਊਗਾ, ਹੌਰੀਜ਼ੌਂਟਲੀ ਮਿਰਰ ਹੋ ਜਾਊਗਾ। ਮਤਲਬ ਲੈਫਟ ਐਂਡ ਰਾਈਟ ਆਪਸ ਵਿੱਚ ਰੀਪਲੇਸ ਹੋ ਜਾਣਗੇ। ਲੈਫਟ ਸਾਈਡ ਰਾਈਟ ਤੋਂ ਚੱਲ ਜਾਏਗੀ, ਰਾਈਟ ਲੈਫਟ ਤੇ ਜਾਊਗੀ। ਅਪਲਾਈ ਕਰਕੇ ਦੇਖੋ, ਨਾਲੇ ਵੱਡਾ ਵੀ ਹੋ ਗਿਆ। 200% ਭਰਿਆ ਸੀ ਨਾ, ਤਾਂ ਜਿੰਨਾ ਪ੍ਰੈਜ਼ੈਂਟ ਸਾਈਜ਼ ਆ ਉਸ ਤੋਂ ਰਿਲੇਟਿਵਲੀ 200 ਸਾਈਜ਼ ਵੱਡਾ ਹੋ ਗਿਆ। ਹੁਣ ਜੇ ਮੈਨੂੰ ਦੁਬਾਰਾ ਫਿਰ ਅਪਲਾਈ ਟੂ ਡੁਪਲੀਕੇਟ ਅਪਲਾਈ ਕਰ ਦੇਣਾ
ਤਾਂ 200 ਫਿਰ ਜਿੰਨਾ ਹੁਣ ਚਾਹੀਦਾ ਉਹ ਤੋਂ ਡਬਲ ਹੋ ਜਾਊਗਾ। ਨਾਲੇ ਫਿਰ ਇਹ ਸਿੱਧਾ ਹੋ ਜਾਊਗਾ। ਮਿਰਰ ਔਨ ਕੀਤਾ ਨਾ, ਮਿਰਰ ਨੇ ਕੀ ਕਰਨਾ, ਉਲਟਾ ਕਰ ਦੇਣਾ। ਹੁਣ ਉਲਟਾ ਹੈ ਤਾਂ ਸਿੱਧਾ ਹੋ ਜਾਊਗਾ। ਮੈਂ ਇੱਥੇ ਕੀ ਕਰਦਾ, ਕੱਲਾ ਮਿਰਰ ਕਰਨਾ ਹੈ। ਮੰਨ ਲਓ 100 ਇੱਥੇ 100 ਕਰ ਲਿਆ, ਹੁਣ ਕੱਲਾ ਮਿਰਰ ਕੀਤਾ ਹੋਇਆ ਅਪਲਾਈ ਕਰੂੰਗਾ ਤਾਂ ਸਾਈਜ਼ ਉਹੀ ਰਹੂਗਾ ਬਟ ਸਿਰਫ ਪੁੱਠਾ ਹੋ ਜਾਊਗਾ। ਸਰ ਇਦਾਂ ਆਪਾਂ ਇਹ ਸ਼ੇਪ ਨੂੰ ਕਰ ਸਕਦੇ ਆਹ ਸ਼ੇਪ ਨੂੰ? ਹਾਂਜੀ, ਪੂਰੇ ਦੇ ਪੂਰੇ ਸ਼ੇਪ। ਹਾਂ, ਵੈਰੀ ਗੁੱਡ ਕੁਐਸਚਨ। ਦੇਖੋ ਇਹ ਨਾ ਜਿਹੜੀ ਸ਼ੇਪ ਹੈ ਨਾ, ਇਹ ਅਸਲ 'ਚ ਕੀ ਹੈ, ਇਹ ਮੈਨੀ ਆਬਜੈਕਟਸ ਨੇ, 18 ਆਬਜੈਕਟਸ ਨੇ। ਮੈਂ ਇੱਕ ਨੂੰ ਕਲਿੱਕ ਕਰੂੰਗਾ, ਇਹ ਸਿਲੈਕਟ ਹੋ ਗਿਆ। ਜੇ ਮੈਂ ਕਮਾਂਡ ਅਪਲਾਈ ਕਰੂੰਗਾ ਇਹ ਤੇ ਇਕੱਲੇ ਤੇ ਹੋਊਗੀ। ਮੈਂ ਕੀ ਕਰਨ ਲੱਗਿਆ, ਸ਼ਿਫਟ ਨਾਲ ਇੱਥੇ ਕਲਿੱਕ ਕੀਤਾ, ਸ਼ਿਫਟ ਨਾਲ ਇੱਥੇ ਕਲਿੱਕ ਕੀਤਾ, ਸ਼ਿਫਟ, ਇਹ ਇਕੱਲੇ ਨੂੰ ਸ਼ਿਫਟ ਨਾਲ ਕਲਿੱਕ ਕਰਕੇ ਇਹ ਸਿਲੈਕਟ ਕਰ ਲੈਣਾ। ਜਾਂ ਇੱਕ ਤਰੀਕਾ ਇਹ ਵੀ ਹੈਗਾ ਕਿ ਮੈਂ ਮਾਊਸ ਨਾਲ ਇੱਥਾਂ ਇੱਦਾਂ ਇਹਨੂੰ ਡਰੈਗ ਕਰਕੇ ਨਾ ਇਹ ਪੂਰੇ ਦੇ ਪੂਰੇ ਏਰੀਆ ਜਿੰਨੀਆਂ ਵੀ ਆਬਜੈਕਟਸ ਨੇ ਸਾਰੇ ਸਿਲੈਕਟ ਹੋ ਗਏ। ਹੁਣ ਕੀ ਕਰਨਾ ਸੀ, ਇਹਨੂੰ ਮਿਰਰ ਕਰਨਾ ਹੈ ਨਾ, ਸਾਈਜ਼ ਉਹੀ ਰਹਿਣ ਦਿੰਦੇ ਆ 100%, ਕੱਲਾ ਮਿਰਰ ਕੀਤਾ, ਔਨ ਕੀਤਾ ਹੋਇਆ। ਹੁਣ ਅਪਲਾਈ ਕਰ ਦਿੰਦੇ ਆ ਤਾਂ ਹੋ ਗਿਆ ਉਹ ਸਾਰੇ ਆਬਜੈਕਟ, ਯਾਨੀ ਕਿ ਉਹ ਪੂਰਾ ਐਜ਼ ਜਿਵੇਂ ਇੱਕ ਆਬਜੈਕਟ ਹੁੰਦਾ ਉਵੇਂ ਉਹ ਪੂਰਾ ਇੱਥੋਂ ਐ ਘੁੰਮ ਗਿਆ। ਤੇ ਅਗੇਨ ਮੈਂ ਕਮਾਂਡ ਦੂੰਗਾ ਫਿਰ ਹਾਂ। ਤੇ ਜੇ ਮੈਂ ਵਰਟੀਕਲੀ ਕਰਦਾ ਫਿਰ ਤੈਨੂੰ ਕੋਈ ਫਰਕ ਨਹੀਂ ਪੈਣਾ ਕਿ ਪਊਗਾ। ਆ ਵਰਟੀਕਲੀ ਕਰਤਾ, ਹੌਰੀਜ਼ੌਂਟਲੀ ਆਫ ਕਰਤਾ, वर्टिकली ऊपर थले लेता, ऊपर से थले आ जाऊगा। अप्लाई करके देखियो फर्क पैना है। यानी ऐ समझ लो भी वो घूम गया 90 डिग्री से रोटेट हो गया, लत्ता ऊपर से थले। ਇਹਦਾ मतलब कि ਜਿਹੜਾ मिरर है ਇਹਦਾ मतलब 180 डिग्री ਤੇ रोटेट हो गया, ਤੇ ਇਹਦਾ मतलब 90 डिग्री ਤੇ रोटेट हो गया। नहीं रोटेट नहीं है, घूमना ही है, लत्ता ऊपर से थले ही है, रोटेट अलग है, मिरर अलग है, मिरर अलग है। ठीक है जी। तो ये ਹੁਣ ਜਿਵੇਂ ਨਾ ਮੈਂ ਦੁਬਾਰਾ ਫਿਰ ਇਹਨੂੰ ਸਾਰੇ ਇਕੱਠੇ ਨੂੰ ਸਾਈਡ ਤੇ ਰੱਖਣਾ ਹੈ ਤਾਂ ਮੈਂ ਇਹਨੂੰ ਇੱਕ ਵਾਰੀ ਇਦਾਂ ਡਰੈਗ ਕਰ ਲੈਣਾ। all the objects within this area get selected। ਹੁਣ ਜੇ ਮੈਂ ਇਹਨੂੰ ਚੱਕ ਕੇ ਇੱਧਰ ਸਾਈਡ ਤੇ ਲੈ ਜਾਵਾਂ ਇਹ ਪਰੇ ਇਕੱਠੇ ਹੋ ਜਾਣਗੇ। ਤੇ ਜੇ ਇਹਦਾ ਇਕੱਠੇ ਦਾ ਮੈਂ ਸਾਈਜ਼ ਥੋੜਾ ਛੋਟਾ ਕਰਨਾ ਹੈ, ਮੈਂ ਇਹਦੀ ਜਿਹੜੀ ਨਾ ਸਕੇਲਿੰਗ ਹੈ ਇਹ ਚੇਂਜ ਕਰ ਦਿੰਦੇ ਆ। ਇਹਦੀ ਹੌਰੀਜ਼ੌਂਟਲ ਮਤਲਬ ਵਿਡਥ ਜਿਹੜੀ ਹੈ ਉਹ ਮੈਂ ਮੰਨ ਲਓ ਕਿ 50 ਕਰ ਦਿੰਦਾ, ਇਹਦੀ ਵਿਡਥ ਅੱਧੀ ਰਹਿ ਜਾਊਗੀ। ਤੇ ਆ ਮੇਰੇ ਦੋਨੇ ਆਫ ਕਰ ਦਿਓ, ਇਹ ਨਾ ਕੰਮ ਕਰਨਾ। ਦੋਨੇ ਆਫ ਹੋ ਗਏ, ਇਹ ਔਨ ਆਫ ਨਹੀਂ ਪਤਾ ਲੱਗਦਾ, ਹੁਣ ਆਫ ਨੇ ਦੋਨੇ ਆਫ ਹੋ ਗਏ। ਹੁਣ ਮੈਂ ਅਪਲਾਈ ਤੇ ਕਲਿੱਕ ਕਰੂੰਗਾ ਤਾਂ ਹੌਰੀਜ਼ੌਂਟਲੀ ਇਹਦਾ ਜਿਹੜਾ ਵਿਡਥ ਹੈ ਉਹ ਘਟ ਜਾਊਗੀ ਜੀ, ਇੱਦਾਂ ਬਣ ਗਈ। ਤੇ ਇੱਕ ਚੀਜ਼ ਚਲੋ ਅੱਗੇ ਪੜ੍ਹਨੀ ਸੀ ਕਿ ਜਿਵੇਂ ਹੁਣ ਇਹ ਚੀਜ਼ ਹੈ ਨਾ, ਇਹਨੂੰ ਮੈਂ ਕੰਟਰੋਲ ਜੀ ਕਰ ਦਿੰਦਾ। ਕੰਟਰੋਲ ਜੀ ਦਾ ਮਤਲਬ ਹੈ ਗਰੁੱਪ। ਕੰਟਰੋਲ ਜੀ ਦਬਿਆ, ਇਹ ਗਰੁੱਪ ਹੋ ਗਿਆ। ਅਗਲੀ ਵਾਰੀ ਤੋਂ ਨਾ ਇਹ ਗਰੁੱਪ ਹੋ ਗਿਆ ਦਾ ਮਤਲਬ ਕਿ ਜਦੋਂ ਮੈਂ ਕਿਸੇ ਇਹਨੂੰ ਇੱਕ ਨੂੰ ਕਲਿੱਕ ਕਰੂੰਗਾ ਇਹ ਹੋਲ ਵਿਲ ਗੈਟ ਸਿਲੈਕਟਡ। ਇਕੱਠਾ ਇੱਕ ਚੀਜ਼ ਹੈ ਲੱਗਦਾ ਹੈ ਆਬਜੈਕਟ, ਬਟ ਸਿਲੈਕਸ਼ਨ ਵਾਸਤੇ ਇਹ ਗਰੁੱਪ ਹੋ ਗਿਆ, ਪੱਕੇ ਆਪਣੀ ਆੜੀ ਬਣ ਗਈ। ਕਿਸੇ ਇੱਕ ਨੂੰ ਕਲਿੱਕ ਕਰਾਂਗੇ ਦੂਜਾ ਨਾਲ ਹੀ ਸਿਲੈਕਟ ਹੋ ਜਾਊਗਾ। ਇਹਨੂੰ ਮੈਂ ਸਾਈਡ 'ਤੇ ਕਰਤਿਆ, ਇਹਨੂੰ ਵੀ ਮੈਂ ਸਾਈਡ 'ਤੇ ਕਰਤਾ, ਵਾਪਸ ਮੈਂ ਇੱਥੇ ਆ ਗਿਆ। ਇੱਥੇ ਆ ਕੇ ਹੁਣ ਆਪਾਂ ਨੇ ਸਕੇਲਿੰਗ ਸਿੱਖ ਲਈ। ਸਕੇਲਿੰਗ 'ਚ ਵੀ ਸੈਂਟਰ ਤੋਂ ਵੱਡਾ ਹੁੰਦਾ ਆ। ਜੇ ਮੈਂ ਇਹਨੂੰ ਕਲਿੱਕ ਕਰੂੰਗਾ ਤਾਂ ਲੈਫਟ ਤੋਂ ਜਿੰਨਾ ਵੀ ਮੈਂ ਹੁਣ ਸਕੇਲ ਕਰੂੰਗਾ ਤਾਂ ਇਟ ਵਿਲ ਬੀ ਸਟਾਰਟ ਫਰੋਮ ਲੈਫਟ ਅਪਰ ਲੈਫਟ ਕਾਰਨਰ। ਅਗੇਨ ਨੈਕਸਟ ਕਮਾਂਡ ਆਪਣੇ ਕੋਲ ਆਉਂਦੀ ਹੈ, ਇਹਦਾ ਕੰਮ ਹੈ ਇਹਦਾ ਐਗਜ਼ੈਕਟ ਸਾਈਜ਼ ਕਿੰਨਾ ਰੱਖਣਾ ਹੈ। ਹੁਣ ਜਿਹੜਾ ਇਹ ਆਬਜੈਕਟ ਇਸ ਵੇਲੇ ਸਿਲੈਕਟਡ ਹੈ ਇਹਦਾ ਪ੍ਰੈਜ਼ੈਂਟ ਸਾਈਜ਼ ਕਿੰਨਾ ਹੈ ਦਿਖ ਰਿਹਾ 616.875 ਯਾਨੀ 616 mm ਮੰਨ ਲਓ, 617 mm ਦੇ ਨੇੜੇ ਹੈ। ਪੇਜ ਵੀ ਛੋਟਾ ਹੋਇਆ ਸਰ, ਇਹਨਾਂ ਜ਼ੂਮ ਕੀਤਾ ਹੈ, ਪੇਜ ਛੋਟਾ ਨਹੀਂ ਹੋਇਆ, ਪੇਜ ਛੋਟਾ ਦਿਖ ਰਿਹਾ, ਸਾਈਜ਼ ਉਹੀ ਹੈ, ਮਤਲਬ ਆਬਜੈਕਟ ਵੱਡਾ ਹੋ ਗਿਆ, ਜ਼ੂਮ ਕੀਤਾ ਹੋਇਆ। ਮੈਂ ਦੁਬਾਰਾ ਦੀ ਜਿਵੇਂ ਮਰਜ਼ੀ ਮੈਂ ਸਕਰੋਲ ਇੱਦਾਂ ਮਾਊਸ ਨਾਲ ਸਕਰੋਲ ਕਰਕੇ ਇੱਦਾਂ ਕਰ ਸਕਦੇ ਹਾਂ। ਐਕਚੁਅਲ ਤਾਂ 100% ਹੈ, 100% ਤੋਂ ਘੱਟ ਹੈ, ਮਤਲਬ ਇਹ ਬਹੁਤ ਵੱਡਾ ਆਬਜੈਕਟ ਹੈ। ਇਹਦਾ ਜਿਹੜਾ ਸਾਈਜ਼ ਹੈ ਕਿੰਨਾ ਆ, ਇੱਥੇ ਲੈ ਗਿਆ ਮੈਂ ਸਾਈਡ 'ਤੇ। ਇਹਦਾ ਸਾਈਜ਼ ਇਸ ਵੇਲੇ ਇਹਦਾ ਸਾਈਜ਼ ਹੈਗਾ ਪੂਰਾ 61 ਸੈਂਟੀਮੀਟਰ ਹੈ, ਯਾਨੀ ਕਿ 616 mm ਮਤਲਬ 61 ਸੈਂਟੀਮੀਟਰ, ਕਾਫੀ ਵੱਡਾ ਸਾਈਜ਼ ਹੈ। ਪੇਪਰ ਤੋਂ ਵੱਡਾ ਚੱਲਣਾ, ਪੇਪਰ ਨਿੱਕਾ ਜਿਹਾ ਹੈ ਜਿਹੜਾ ਸਾਡਾ ਆਬਜੈਕਟ ਹੈ। ਸਰ ਗੁੱਡ ਮਾਰਨਿੰਗ। ਇਹਦਾ ਸਾਈਜ਼ ਉਸ ਤੋਂ ਕਾਫੀ ਵੱਡਾ ਹੈ, ਪੇਪਰ ਤੋਂ 2 ਗੁਣਾ ਹੈ, ਪੇਪਰ ਤੋਂ 2 ਗੁਣਾ ਪੇਪਰ ਤੋਂ 2 ਗੁਣਾ ਤੋਂ ਵੀ ਜ਼ਿਆਦਾ ਹੋ ਗਿਆ ਨਾ। ਪੇਪਰ ਦਾ ਹੈਗਾ 29 ਸੈਂਟੀਮੀਟਰ ਦਾ,
29 ਨਹੀਂ 21 ਸੈਂਟੀਮੀਟਰ ਹੁੰਦਾ 21 ਫੇਰ ਤਾਂ ਜ਼ਿਆਦਾ ਤੇ ਇਹ ਹੈਗਾ 69 ਤਿਗਣ ਤੋਂ ਜ਼ਿਆਦਾ ਹੋ ਗਿਆ 61 ਕਰੀਬ ਕਰੀਬ 21 ਦੇ 63 ਹੁੰਦੇ ਨੇ ਤਿਗਣ ਦੇ ਕਰੀਬ ਹੋ ਗਿਆ ਯਾਨੀ ਕਿ 3 ਪੇਪਰਾਂ ਤੇ ਇੱਕ ਆਊਗਾ ਬਹੁਤ ਵੱਡਾ ਸਾਈਜ਼ ਹੈ ਅੱਛਾ ਜੇ ਇਹਦਾ ਸਾਈਜ਼ ਮੈਂ ਘਟਾਉਣਾ ਹੋਵੇ ਹੌਰੀਜ਼ੌਂਟਲੀ ਇਹਦਾ ਸਾਈਜ਼ ਮੈਂ ਕਰ ਦਿੰਦਾ ਮੰਨ ਲਓ 100 ਮੰਨ ਲਓ ਇਹਦਾ ਸਾਈਜ਼ ਮੈਂ 100 mm ਕਰ ਦਿੰਦਾ ਵਿਥ ਵਾਈਜ਼ ਹੁਣ ਜਦੋਂ ਮੈਂ ਅਪਲਾਈ ਕਰੂੰਗਾ ਤੇ ਇਹਦੀ ਵਿਥ 100 mm ਹੋਗੀ ਯਾਨੀ ਕਿ 10 ਸੈਂਟੀਮੀਟਰ ਹੋਗੀ ਤੇ ਇਹਦੀ ਹਾਈਟ ਨੂੰ ਮੰਨ ਲਓ ਮੈਂ 50 ਕਰ ਦੇਣਾ ਹੁਣ ਅਪਲਾਈ ਕਰੋ ਹੁਣ ਇਹਦਾ ਜਿਹੜਾ ਸਾਈਜ਼ ਹੈ ਐਗਜ਼ੈਕਟਲੀ 100 mm ਇਹਦੀ ਵਿਡਥ ਹੈ 50 mm ਇਹਦੀ ਹਾਈਟ ਹੈ so we can specify exact height and width in mm's is it clear ਤੇ ਇੱਕ ਆ ਗਿਆ ਸਕਿਊ ਕਰਕੇ ਦੇਖਿਓ ਆਪਣੇ ਆਪ ਸਕਿਊ ਉਹੀ ਜਿਵੇਂ ਪਹਿਲਾਂ ਮਾਊਸ ਨਾਲ ਐਦਾਂ ਕਰਕੇ ਨਾ ਐਦਾਂ ਕੀਤਾ ਸੀ ਨਾ ਇਹੀ ਸੇਮ ਆਪਾਂ ਇੱਥੋਂ ਪੋਜੀਸ਼ਨ ਦੇ ਕੇ ਅਮਾਉਂਟ ਦੇ ਕੇ ਕਿੰਨੇ ਡਿਗਰੀ ਰੋਟੇਟ ਕਰ ਕਿੰਨੇ ਡਿਗਰੀ ਸਕਿਊ ਕਰਨਾ ਹੈ ਹੌਰੀਜ਼ੌਂਟਲੀ ਜਾਂ ਵਰਟੀਕਲੀ ਯੂ ਕੈਨ ਡੂ ਤੇ ਸਾਰਿਆਂ ਦੇ ਵਿੱਚ ਕਮਾਂਡ ਹੈ ਅਪਲਾਈ ਟੂ ਡੁਪਲੀਕੇਟ ਜਿਹੜੀ ਜੇ ਆਪਾਂ ਸਕਿਊ ਕਰਦੇ ਹਾਂ ਚਾਹੁੰਦੇ ਕਿ origignal ਐਦਾਂ ਹੀ ਰਹਿ ਜਾਵੇ ਤਾਂ ਅਪਲਾਈ ਨਾ ਕਰੋ ਅਪਲਾਈ ਟੂ ਡੁਪਲੀਕੇਟ ਤੇ ਕਲਿੱਕ ਕਰੋ ਅਗਰ ਆਪਾਂ ਐਂਟਰ ਦਬਦੇ ਹਾਂ ਤਾਂ ਆਪਣੇ ਆਪ ਅਪਲਾਈ ਹੋ ਜਾਂਦਾ ਹੈ ਮੈਂ ਇੱਥੇ ਸਟਾਪ ਕਰ ਦਿੰਦਾ ਅੱਜ ਦੀ ਕਲਾਸ ਇਹਨੂੰ ਸਾਰਿਆਂ ਨੂੰ ਯੂਜ਼ ਕਰਕੇ ਦੇਖੋ